परम सत्कारयोग ਸਰੋਤਾਜਨ, ਮੈਂ ਇੰਜੀਨੀਅਰ ਸੁਖਚੈਨ ਸਿੰਘ ਲੈਲਪੁਰੀ ਆਪ ਜੀ ਦਾ ਧੰਨਵਾਦੀ ਹਾਂ, ਕਿਉਂਕਿ ਮੈਂ ਕੁਝ ਮਹਾਨ ਸ਼ਖਸੀਅਤਾਂ ਦੇ ਜੀਵਨ ਤੇ ਇਤਿਹਾਸਿਕ ਖੋਜ ਦੇ ਮੁਤਾਬਕ ਕੁਝ ਵੀਡੀਓ ਆਪ ਜੀ ਦੀ ਸੇਵਾ ਵਿੱਚ ਪੇਸ਼ ਕੀਤੇ, ਜਿਸ ਨੂੰ ਆਪ ਜੀ ਨੇ ਬਹੁਤ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ। ਮੈਨੂੰ ਬੜੀ ਖੁਸ਼ੀ ਹੋਈ। ਆਪ ਜੀ ਨੇ ਏਡੀ ਵੱਡੀ ਗਿਣਤੀ ਵਿੱਚ ਉਹਨਾਂ ਵੀਡੀਓ ਨੂੰ ਵੇਖਿਆ ਹੀ ਨਹੀਂ, ਬਲਕਿ ਅੱਗੇ ਸਬਸਕ੍ਰਾਈਬ ਵੀ ਕੀਤਾ ਤੇ ਵੱਧ ਤੋਂ ਵੱਧ ਉਸਨੂੰ ਲਾਈਕ ਵੀ ਕੀਤਾ। ਇਸ ਤੇ ਮੈਂ ਆਪ ਜੀ ਦਾ ਸਦਾ ਰਿਣੀ ਰਵਾਂਗਾ। ਅੱਜ ਆਪਾਂ ਇੱਕ ਹੋਰ ਮਹਾਨ ਸ਼ਖਸੀਅਤ, ਦੁਨੀਆ ਦੀ ਪ੍ਰਸਿੱਧ ਹਸਤੀ ਬਾਬਾ ਬੁੱਲੇ ਸ਼ਾਹ ਦੇ ਜੀਵਨ ਉੱਤੇ ਸਾਂਝ ਪਾਵਾਂਗੇ। ਬਾਬਾ ਬੁੱਲੇ ਸ਼ਾਹ ਹੋਰਾਂ ਦਾ ਅਸਲ ਨਾਮ ਹਜ਼ਰਤ ਅਬਦੁੱਲਾ ਸ਼ਾਹ ਕਾਦਰੀ ਸੀ। ਆਪ ਦਾ ਜਨਮ 1680 ਈਸਵੀ ਚ ਉੱਚ ਨਾਂ ਦੇ ਪਿੰਡ ਬਹਾਵਲਪੁਰ ਵਿਖੇ ਪੰਜਾਬ ਪਾਕਿਸਤਾਨ ਵਿੱਚ ਮੌਜੂਦ ਉੱਥੇ ਹੋਇਆ। ਆਪ ਜੀ ਦੇ ਸਤਿਕਾਰਯੋਗ ਪਿਤਾ ਜੀ ਸ਼ਾਹ ਮੁਹੰਮਦ ਦਰਵੇਸ਼, ਜੋ ਇੱਕ ਮਸਜਿਦ ਦੇ ਮੌਲਵੀ ਸਨ, ਇੱਕ ਧਾਰਮਿਕ ਆਗੂ ਸਨ, ਬੜੇ ਅੱਛੇ ਸੁਭਾਅ ਦੇ ਹੋਣ ਕਰਕੇ ਉਹਨਾਂ ਨੂੰ ਦਰਵੇਸ਼ ਕਰਕੇ ਜਾਣਿਆ ਜਾਂਦਾ ਸੀ। ਉਹ ਜਿੱਥੇ ਮਸਜਿਦ ਦੀ ਸੇਵਾ ਸੰਭਾਲ ਕਰਦੇ ਸਨ, ਉੱਥੇ ਨਾਲ ਨਾਲ ਇੱਕ ਮਦਰਸਾ ਭਾਵ ਇੱਕ ਬੱਚਿਆਂ ਦਾ ਸਕੂਲ ਵੀ ਚਲਾਉਂਦੇ ਸਨ, ਜਿੱਥੇ ਬੱਚਿਆਂ ਨੂੰ ਧਾਰਮਿਕ ਵਿਦਿਆ ਤੇ ਦੁਨਿਆਵੀ ਵਿਦਿਆ ਦੋਵਾਂ ਦੀ ਪੜ੍ਹਾਈ ਕਰਾਈ ਜਾਂਦੀ ਸੀ। ਬੁੱਲੇ ਸ਼ਾਹ ਲਗਭਗ ਕੋਈ 77 ਕੁ ਸਾਲ ਦੀ ਆਯੂ ਭੋਗ ਕੇ ਦੁਨੀਆ ਨੂੰ ਆਪਦੀ ਕਲਮ ਨਾਲ ਸੰਸਾਰ ਕਰਕੇ ਬਹੁਤ ਸਾਰੀਆਂ ਕਵਿਤਾਵਾਂ, ਕਾਫੀਆਂ, ਗੀਤ ਦੇ ਕੇ ਇੱਕ ਲੰਮਾ ਸਫ਼ਰ ਕਰਕੇ, ਇੱਕ ਲੰਮਾ ਸੰਘਰਸ਼ ਰੂਪੀ ਜੀਵਨ ਬਤੀਤ ਕਰਕੇ, ਔਰ ਖਾਸ ਕਰਕੇ ਕਿ ਰੱਬ ਦੀ ਪ੍ਰਾਪਤੀ ਕਰਕੇ ਇਸ ਦੁਨੀਆ ਤੋਂ ਰੁਖਸਤ ਹੋਏ ਤੇ ਦੁਨੀਆ ਨੂੰ ਬਹੁਤ ਕੁਛ ਦੇ ਕੇ ਗਏ। ਮੁੱਢਲੀ ਸਿੱਖਿਆ ਆਪ ਨੇ ਆਪਣੇ ਸਤਿਕਾਰਯੋਗ ਅੱਬਾ ਜਾਨ ਕੋਲੋਂ ਪ੍ਰਾਪਤ ਕੀਤੀ, ਔਰ ਉਸ ਤੋਂ ਬਾਅਦ ਉੱਚ ਸਿੱਖਿਆ ਵਾਸਤੇ ਆਪ ਜੀ ਨੂੰ ਇੱਕ ਉਰਦੂ, ਅਰਬੀ ਤੇ ਪੰਜਾਬੀ ਦੇ ਆਲਮ ਫਾਜ਼ਲ ਵਿਦਵਾਨ ਹਜ਼ਰਤ ਗੁਲਾਮ ਮੁਰਤਜ਼ਾ ਸਰੀਕੇ ਹੋਰਾਂ ਕੋਲ ਪੜ੍ਹਨ ਵਾਸਤੇ ਭੇਜਿਆ ਗਿਆ। ਉਹ ਜਿੱਥੇ 2-3 ਜ਼ੁਬਾਨਾਂ ਦੇ ਵਿਦਵਾਨ ਸਨ, ਉੱਥੇ ਨਾਲ ਨਾਲ ਇੱਕ ਉੱਚ ਕੋਟੀ ਦੇ ਕਵੀ ਵੀ ਸਨ, ਸ਼ਾਇਰ ਵੀ ਸਨ, ਔਰ ਖਾਸ ਕਰਕੇ ਉਹ ਉਸ ਜ਼ਮਾਨੇ ਦੇ ਮਹਾਨ ਸ਼ਾਇਰ ਹਜ਼ਰਤ ਸਯਦ ਵਾਰਿਸ ਸ਼ਾਹ, ਜਿਨ੍ਹਾਂ ਦੀ ਹੀਰ ਦੁਨੀਆ ਵਿੱਚ ਵੱਡੀ ਪ੍ਰਸਿੱਧੀ ਹਾਸਲ ਕਰ ਗਈ, ਉਹਦੇ ਵੀ ਉਸਤਾਦ ਸਨ। ਉੱਥੋਂ ਬੁੱਲੇ ਸ਼ਾਹ ਨੂੰ ਕਵਿਤਾਵਾਂ ਤੇ ਸਾਹਿਤ ਲਿਖਣ ਦੀ, ਸ਼ੇਰੋ ਸ਼ਾਇਰੀ ਦੀ
ਇੱਕ ਤਗੜੀ ਲਗਨ ਮਿਲੀ, ਤਗੜੀ ਲਗਨ ਹਾਸਲ ਹੋਈ। ਬਾਬਾ ਬੁੱਲੇ ਸ਼ਾਹ ਨੇ ਜਵਾਨੀ ਦੀ ਦਲੀਜ ਤੇ ਅਜੇ ਪੈਰ ਧਰੇ ਤੇ ਵੇਖਦੇ ਨੇ ਉਹਨਾਂ ਦੇ ਮਨ ਵਿੱਚ ਅੱਲਾ ਨੂੰ ਮਿਲਣ ਦੀ, ਉਸ ਰੱਬ ਨੂੰ ਮਿਲਣ ਦੀ ਇੱਕ ਤੜਫ ਪੈਦਾ ਹੋ ਗਈ। ਘਰ ਪਰਿਵਾਰ ਵਾਲਿਆਂ ਦੇ ਲੱਖ ਸਮਝਾਉਣ ਦੇ ਬਾਵਜੂਦ ਉਹ ਉਹਨਾਂ ਦੇ ਦਿਲੋਂ ਦਿਮਾਗ ਵਿੱਚੋਂ ਉਹ ਤੜਫ ਨੂੰ ਖਤਮ ਨਾ ਕਰ ਸਕੇ, ਕਿਉਂਕਿ ਉਹਨਾਂ ਦੇ ਵਿਚਾਰਾਂ ਵਿੱਚ ਇਹ ਸੀ ਕਿ ਬੁੱਲੇ ਨੂੰ ਦੁਨਿਆਵੀ ਤੌਰ ਤੇ ਜਿਉਣਾ ਚਾਹੀਦਾ ਹੈ। ਬਹੁਤ ਸਮਝਾਇਆ ਗਿਆ ਮਾਂ ਵੱਲੋਂ, ਭੈਣਾਂ ਭਰਾਵਾਂ ਵੱਲੋਂ ਕਿ ਬੁੱਲਿਆ ਤੂੰ ਹੁਣ ਜਵਾਨ ਹੋ ਗਿਆ ਹੈ, ਤੇਰੇ ਅੱਬਾ ਜਾਨ ਬਜ਼ੁਰਗ ਹੋ ਗਏ ਨੇ, ਹੁਣ ਆਪ ਕੰਮ ਸੰਭਾਲ ਮਸਜਿਦ ਦਾ ਤੇ ਸਕੂਲ ਦਾ, ਤੇ ਪਿਤਾ ਪੁਰਖੀ ਆਪਦੇ ਕਿੱਤੇ ਵਿੱਚ ਆਪਦਾ ਬਾਪ ਵਾਂਗੂ ਨਾਮ ਨਾ ਖੱਟ। ਪਰ ਬੁੱਲੇ ਸ਼ਾਹ ਇਹ ਸਭ ਕੁਛ ਕਰਨ ਲਈ ਤਿਆਰ ਨਹੀਂ ਸੀ। ਉਹ ਬੇਚੈਨ ਸਨ ਕਿ ਮੈਨੂੰ ਰੱਬ ਮਿਲੇ, ਮੈਨੂੰ ਅੱਲਾ ਮਿਲੇ। ਉਹ ਅਕਸਰ ਆਪਣੇ ਅੱਬਾ ਜਾਨ ਨੂੰ, ਕਿਉਂਕਿ ਉਹ ਧਾਰਮਿਕ ਆਗੂ ਸਨ, ਉਹਨਾਂ ਨੂੰ ਸਵਾਲ ਕਰਦੇ ਰਹਿੰਦੇ ਸਨ ਕਿ ਅੱਬਾ ਜਾਨ ਮੈਨੂੰ ਅੱਲਾ ਨੂੰ ਮਿਲਾਓ, ਮੈਨੂੰ ਰੱਬ ਨੂੰ ਮਿਲਾਓ। ਉਹਨਾਂ ਨੇ ਆਪਣੇ ਉਸਤਾਦ ਜੀ ਉਹਨਾਂ ਅੱਗੇ ਵੀ ਇਹ ਗੁਜ਼ਾਰਿਸ਼ ਕੀਤੀ ਕਿ ਮੈਨੂੰ ਰੱਬ ਨੂੰ ਮਿਲਾਓ, ਪਰ ਇਹਨਾਂ ਦੋਵਾਂ ਕੋਲ ਹੀ ਬੁੱਲੇ ਸ਼ਾਹ ਦੀਆਂ ਇਹਨਾਂ ਸਵਾਲਾਂ ਦੇ ਜਵਾਬ ਹੀ ਨਹੀਂ ਸਨ, ਕੋਈ ਢੁਕਵਾਂ ਜਵਾਬ ਨਾ ਦੇ ਸਕੇ। ਵੱਡਾ ਹੋ ਕੇ ਬੁੱਲੇ ਸ਼ਾਹ ਤੇ ਇਹਨਾਂ ਦਾ ਪਰਿਵਾਰ ਸੱਚ ਪਿੰਡ ਤੋਂ ਉੱਠ ਕੇ ਕਸੂਰ ਦੇ ਲਾਗੇ ਆਬਾਦ ਹੋਇਆ, ਇੱਥੇ ਆਣ ਵਸਿਆ। ਬੁੱਲੇ ਸ਼ਾਹ ਨੇ ਕਸੂਰ ਦੇ ਲਾਗੇ ਲਾਗੇ ਜਿੰਨੇ ਵੀ ਪੀਰਾਂ, ਫਕੀਰਾਂ, ਪੈਗੰਬਰਾਂ ਦੇ ਡੇਰੇ ਸਨ, ਮਜ਼ਾਰ ਸਨ, ਉਹਨਾਂ ਸਾਰਿਆਂ ਤੇ ਜਾ ਜਾ ਕੇ ਕਈ ਦਿਨ ਰਾਤਾਂ ਰਹਿ ਕੇ ਉੱਥੇ ਰੱਬ ਦੀ ਭਾਲ ਕਰਨੀ ਸ਼ੁਰੂ ਕੀਤੀ, ਪਰ ਉਹਨੂੰ ਕੁਛ ਪ੍ਰਾਪਤੀ ਨਾ ਹੋਈ। ਬੇਚੈਨੀ ਦੇ ਆਲਮ ਵਿੱਚ ਕਦੀ ਕਿਤੇ ਇੱਧਰ ਉੱਧਰ ਭਟਕਦੇ ਰਹੇ। ਇੱਕ ਦਿਨ ਐਸਾ ਆਇਆ ਕਿ ਦਰਿਆ ਦੇ ਕਿਨਾਰੇ ਜਾ ਰਹੇ ਸਨ, ਇੱਕ ਕਾਲੇ ਲਿਬਾਸ ਵਾਲਾ ਫਕੀਰ ਮਿਲਿਆ। ਬਾਬਾ ਬੁੱਲੇ ਸ਼ਾਹ ਨੇ ਉਸਨੂੰ ਪੁੱਛਿਆ, ਬਾਬਾ ਮੈਂ ਅੱਲਾ ਨੂੰ ਮਿਲਣਾ ਹੈ, ਮੈਂ ਰੱਬ ਨੂੰ ਮਿਲਣਾ ਹੈ, ਉਹ ਕਿੱਥੇ ਮਿਲੇਗਾ? ਉਸ ਫਕੀਰ ਨੇ ਆਖਿਆ, ਨੌਜਵਾਨ ਤੂੰ ਲਾਹੌਰ ਚਲਾ ਜਾ, ਉੱਥੇ ਬਹੁਤ ਵੱਡੇ ਵੱਡੇ ਫਕੀਰਾਂ ਦੇ ਡੇਰੇ ਨੇ, ਮਦਰਸੇ ਨੇ, ਉੱਥੋਂ ਕੋਈ ਨਾ ਕੋਈ ਫਕੀਰ ਤੈਨੂੰ ਰੱਬ ਨਾਲ ਮਿਲਾ ਦੇਵੇਗਾ। ਬੇਚੈਨੀ ਦੇ ਆਲਮ ਵਿੱਚ ਫਿਰਦੇ ਹੋਏ ਬੁੱਲੇ ਦੀ ਦਿਲ ਵਿੱਚ ਆਸ ਦੀ ਕਿਰਨ ਜਾਗੀ, ਜਿਵੇਂ ਕੁਝ ਪ੍ਰਾਪਤ ਹੋ ਗਿਆ ਹੋਵੇ। ਘਰ ਪਰਤਿਆ। ਘਰ ਪਹੁੰਚ ਕੇ ਉਸਨੇ ਆਪਦੇ ਪਰਿਵਾਰ ਕੋਲੋਂ ਲਾਹੌਰ ਜਾਣ ਵਾਸਤੇ ਖਰਚ ਮੰਗਿਆ। ਪਰਿਵਾਰ ਤਾਂ ਪਹਿਲਾਂ ਹੀ ਬੁੱਲੇ ਦੇ ਕੰਮਾਂ ਤੋਂ ਨਾ ਖੁਸ਼ ਸੀ। ਖਰਚ ਦੇਣ ਦੀ ਬਜਾਏ ਉਸਨੂੰ ਸਮਝਾਉਣ ਬੁਝਾਉਣ ਉੱਤੇ ਯਤਨ ਕੀਤੇ ਗਏ, ਉਸਦੇ ਤਾਣੇ ਕੱਸੇ ਗਏ, ਉਸਨੂੰ ਬੜਾ ਕੁਛ ਕਿਹਾ ਗਿਆ, ਬੁਰਾ ਭਲਾ, ਪਰ ਬੁੱਲੇ ਨੇ ਪਰਵਾਹ ਨਾ ਕੀਤੀ। ਸਾਰੀ ਰਾਤ ਜਾਗ ਕੇ ਜਦੋਂ ਦਿਨ ਚੜ੍ਹ ਗਿਆ, ਤੜਕਸਾਰ ਹੋਈ, ਬੁੱਲੇ ਸ਼ਾਹ ਆਪਣਾ ਘਰ ਛੱਡ ਕੇ ਨੱਸ ਗਏ। ਮੰਜ਼ਲਾਂ ਮਾਰਦੇ ਮਾਰਦੇ ਲਾਹੌਰ ਪਹੁੰਚ ਗਏ।
ਲਾਹੌਰ ਸ਼ਹਿਰ ਤੇ ਗਿਰਦੋ ਨਿਵਾਸ ਦੇ ਲਾਗੇ ਚਾਗੇ ਦੇ ਸਾਰੇ ਉਹਨਾਂ ਪੀਰਾਂ ਫਕੀਰਾਂ ਕੋਲ ਜਾ ਜਾ ਕੇ ਬੁੱਲੇ ਨੇ ਆਪਦੇ ਰੱਬ ਦੀ ਭਾਲ ਕੀਤੀ, ਪਰ ਉਸਨੂੰ ਕਿਤੇ ਰੱਬ ਦੀ ਪ੍ਰਾਪਤੀ ਨਾ ਹੋਈ। ਜਿਸ ਆਸ ਕਰਕੇ ਬੁੱਲਾ ਲਾਹੌਰ ਪਹੁੰਚਿਆ ਸੀ, ਰਾਤਾਂ ਜਾਗਿਆ ਸੀ, ਭੁੱਖੇ ਪਿਆਸ ਨਾਲ ਲੜਿਆ ਸੀ, ਪਰ ਪ੍ਰਾਪਤ ਕੁਛ ਨਾ ਹੋਇਆ। ਪਰ ਉਸਦੀ ਸੱਚੀ ਲਗਨ ਉਸ ਪਰਵਰਦਿਗਾਰ ਦੇ ਦਰ ਪ੍ਰਵਾਨ ਹੋ ਗਈ। ਮਨ ਵਿੱਚ ਸੋਚਿਆ ਕਿ ਵਾਪਸ ਚੱਲਨੇ ਆ। ਵਾਪਸ ਤੁਰੇ ਆ ਰਹੇ ਸਨ। ਬੜੀ ਗਰਮੀ ਪਈ, ਸਿਖਰ ਦੁਪਹਿਰਾ ਸੀ, ਬੜੀ ਪਿਆਸ ਤੇ ਭੁੱਖ ਲੱਗੀ। ਰਸਤੇ ਵਿੱਚ ਇੱਕ ਅੰਬਾਂ ਦਾ ਬਾਗ ਆ ਗਿਆ। ਬੁੱਲੇ ਸ਼ਾਹ ਹਿੰਮਤ ਕਰਕੇ ਉਸ ਬਾਗ ਦੇ ਵਿੱਚ ਵੜ ਗਏ। ਬਾਗ ਦੇ ਚੌਕੀਦਾਰ ਨੇ ਆਖਿਆ, ਕੌਣ ਹੋ? ਬਾਬਾ ਬੁੱਲੇ ਸ਼ਾਹ ਨੇ ਆਖਿਆ, ਰੱਬ ਦੇ ਬੰਦੇ ਹਾਂ। ਜੇ ਆਪ ਜੀ ਦੀ ਇਜਾਜ਼ਤ ਹੋਵੇ ਤੇ ਮੈਂ ਕੁਝ ਸਮਾਂ ਦੁਪਹਿਰ ਇੱਥੇ ਕੱਟ ਲਵਾਂਗਾ, ਸ਼ਾਮੀ ਬੈਠ ਕੇ। ਚੌਕੀਦਾਰ ਨੇ ਆਖਿਆ, ਮੈਨੂੰ ਤਾਂ ਕੋਈ ਇਤਰਾਜ਼ ਨਹੀਂ, ਪਰ ਬਾਗ ਦੇ ਮਾਲਕ ਸਾਈਂ ਇਨਾਇਤ ਹੁਸੈਨ ਹੋਰੀ ਜੇ ਆ ਗਏ ਤੇ ਮੈਨੂੰ ਵੀ ਬੁਰਾ ਭਲਾ ਕਹਿਣਗੇ ਤੇ ਤੈਨੂੰ ਵੀ ਕਹਿਣਗੇ। ਬੁੱਲੇ ਸ਼ਾਹ ਨੇ ਆਖਿਆ, ਕੋਈ ਗੱਲ ਨਹੀਂ, ਮੈਂ ਉਹਨਾਂ ਨੂੰ ਮਿਹਨਤ ਕਰ ਲਵਾਂਗਾ, ਤੈਨੂੰ ਕੁਛ ਨਹੀਂ ਕਹਿਣ ਦਿਆਂਗਾ। ਜੇ ਉਹ ਕਹਿਣਗੇ ਤੇ ਮੈਂ ਉਸੇ ਵੇਲੇ ਚਲਾ ਜਾਵਾਂਗਾ। ਇਸ ਸ਼ਰਤ ਤੇ ਉਸ ਚੌਕੀਦਾਰ ਨੇ ਬੁੱਲੇ ਸ਼ਾਹ ਨੂੰ ਬਾਗ ਵਿੱਚ ਦੁਪਹਿਰ ਕੱਟਣ ਦੀ ਇਜਾਜ਼ਤ ਦੇ ਦਿੱਤੀ। ਥੱਲੇ ਬੈਠੇ ਹੋਏ ਨੇ, ਉੱਤੇ ਨਜ਼ਰ ਮਾਰੀ, ਬੜੇ ਵੱਡੇ ਵੱਡੇ ਪੱਕੇ ਹੋਏ ਅੰਬ ਲੱਗੇ ਹੋਏ ਨੇ। ਭੁੱਖ ਤੇ ਪਿਆਸ ਦੋਵਾਂ ਤੋਂ ਪੀੜਿਤ ਸਨ, ਤੇ ਅੰਬ ਵਿੱਚ ਇਹ ਗੁਣ ਹੁੰਦਾ ਹੈ ਕਿ ਜੇ ਅੰਬ ਛਕੀਏ, ਪਿਆਸ ਵੀ ਬੁੱਝ ਜਾਂਦੀ ਹੈ ਤੇ ਭੁੱਖ ਵੀ ਪੂਰੀ ਹੋ ਜਾਂਦੀ ਹੈ। ਚੌਕੀਦਾਰ ਨੂੰ ਪੁੱਛਿਆ ਕਿ ਇਹ ਜਿਹੜੇ ਸਾਈਂ ਇਨਾਇਤ ਹੁਸੈਨ ਨੇ, ਇਹ ਕੋਈ ਫਕੀਰ ਨੇ? ਉਹਨੇ ਦੱਸਿਆ, ਹਾਂ, ਇਹ ਹਜ਼ਰਤ ਸਾਈਂ ਇਨਾਇਤ ਹੁਸੈਨ ਵਲੀ ਸ਼ਾਹ ਕਾਦਰੀ ਨੇ। ਇਹ ਬੜੇ ਰੱਬ ਦੇ ਪਿਆਰੇ ਨੇ। ਕਿੱਥੇ ਰਹਿੰਦੇ ਨੇ? ਕਹਿਣ ਲੱਗੇ, ਉਹ ਸਾਹਮਣੇ ਇਹਨਾਂ ਦੀ ਕੁੱਲੀ ਹੈ, ਉਹਦੇ ਵਿੱਚ ਰਹਿੰਦੇ ਨੇ। ਜ਼ਿਆਦਾਤਰ ਰੱਬ ਦੀ ਇਬਾਦਤ ਵਿੱਚ ਜੁੜੇ ਰਹਿੰਦੇ ਨੇ ਤੇ ਖੁੱਲੇ ਸਮੇਂ ਇਹ ਬਾਗ ਦੀ ਤੇ ਕੁਛ ਖੇਤੀ ਦਾ ਕੰਮ ਕਰਦੇ ਨੇ। ਉਹ ਇਹਨਾਂ ਦਾ ਆਸ਼ਰਮ ਹੈ, ਉਹ ਇਹਨਾਂ ਦਾ ਡੇਰਾ ਹੈ। ਕਾਫੀ ਸੰਗਤਾਂ ਆਉਂਦੀਆਂ ਨੇ। ਉਹਨਾਂ ਦਾ ਕਦੋਂ ਮੇਲ ਹੋਏਗਾ? ਮਿਲਣਾ ਚਾਹੁੰਦਾ ਹੈ, ਬਾਬਾ ਬੁੱਲੇ ਸ਼ਾਹ ਨੇ ਕਿਹਾ। ਚੌਕੀਦਾਰ ਕਹਿਣ ਲੱਗਾ ਕਿ ਉਹਨਾਂ ਦਾ ਕੋਈ ਪਤਾ ਨਹੀਂ ਕਦੋਂ ਉਹ ਆਪਦੀ ਕੁੱਲੀ ਦੇ ਵਿੱਚ ਅੱਲਾਹੂ ਦੀ ਆਰਾਧਨਾ ਵਿੱਚ ਲੱਗੇ ਹੁੰਦੇ ਨੇ, ਤੇ ਪਤਾ ਨਹੀਂ ਲੱਗਦਾ ਕਦੋਂ ਉਹ ਇਸ ਬਾਗ ਵਿੱਚ ਆ ਜਾਂਦੇ ਨੇ, ਪਤਾ ਨਹੀਂ ਲੱਗਦਾ ਕਦੋਂ ਉਹ ਆਪਣੇ ਖੇਤਾਂ ਵਿੱਚ ਫਿਰਦੇ ਨਜ਼ਰ ਆਉਂਦੇ ਨੇ। ਬਾਬਾ ਬੁੱਲੇ ਸ਼ਾਹ ਦੇ ਦਿਮਾਗ 'ਚ ਆਇਆ ਕਿ ਲਾਹੌਰ ਵਿੱਚ ਵਸਦੇ ਬਹੁਤ ਸਾਰਿਆਂ ਫਕੀਰਾਂ ਨੂੰ ਮੈਂ ਮਿਲਿਆ ਹਾਂ, ਇਹ ਨਾਂ ਪਹਿਲਾਂ ਨਹੀਂ ਸੁਣਿਆ। ਇਹਨਾਂ ਕੋਲ ਜਾਂ ਤਾਂ ਕੋਈ ਜਾਦੂਗਰੀ ਹੈ ਤੇ ਜਾਂ ਇਹ ਸੱਚਮੁੱਚ ਰੱਬ ਦੇ ਪਿਆਰੇ ਨੇ, ਤੇ ਜੇ ਇਹ ਰੱਬ ਦੇ ਪਿਆਰੇ ਨੇ ਤੇ ਮੈਨੂੰ ਰੱਬ ਨੂੰ ਮਿਲਾ ਸਕਦੇ ਨੇ। ਖੋਰੇ ਉਹ ਰੱਬ ਮੇਰੇ ਤੇ ਕਰਮ ਕਰੇ, ਇਹਨਾਂ ਦੇ ਵਿੱਚੋਂ ਹੀ ਮੈਨੂੰ ਪ੍ਰਾਪਤ ਹੋ ਜਾਵੇ। ਪਰ ਪਰਖ ਕਰਨੀ ਪਏਗੀ। ਇੱਕ ਪਾਸੇ ਤੇ ਬੁੱਲਾ ਕਿਸੇ ਮੁਰਸ਼ਿਦ ਦੀ ਭਾਲ ਵਿੱਚ ਸੀ ਕਿ ਕੋਈ ਐਸਾ ਮੁਰਸ਼ਿਦ ਮਿਲੇ ਜੋ ਮੈਨੂੰ ਰੱਬ ਨੂੰ ਮਿਲਾਵੇ।
ਹੁਣ ਬੁੱਲਾ ਇਹ ਸੋਚ ਰਿਹਾ ਹੈ ਕਿ ਮੈਂ ਉਹ ਮੁਰਸ਼ਿਦ ਨੂੰ ਮੁਰਸ਼ਿਦ ਧਾਰਨਾ ਹੈ, ਪਹਿਲੋਂ ਉਹਦੀ ਪਰਖ ਕਰਨੀ, ਆਪ ਇਮਤਿਹਾਨ ਲੈਣਾ। ਉਸ ਉਮਰ ਦਾ ਉਸ ਸੋਚ ਦੀ ਇਹ ਗੱਲ ਹੋਇਆ ਕਰਦੀ, ਛੋਟੀ ਉਮਰ। ਇੰਨੇ ਨੂੰ ਵੇਖਿਆ ਕਿ ਇੱਕ ਬਾਬਾ ਸਾਹਮਣੇ ਆ ਰਿਹਾ ਹੈ। ਕੋਲ ਬੈਠੇ ਚੌਕੀਦਾਰ ਨੂੰ ਪੁੱਛਿਆ, ਇਹ ਕੌਣ ਆ ਰਹੇ ਨੇ? ਚੌਕੀਦਾਰ ਨੇ ਕਿਹਾ, ਸਾਵਧਾਨ ਹੋ ਜਾ, ਇਹੀ ਤਾਂ ਨੇ ਸਾਈਂ ਜੀ। ਬੁੱਲੇ ਨੇ ਕਿਹਾ, ਇਹਨਾਂ ਦੀ ਵੀ ਪਰਖ ਕਰ ਲੈਂਦੇ। ਜਦੋਂ ਸਾਈਂ ਜੀ ਕੁਛ ਨੇੜੇ ਪਹੁੰਚੇ, ਬੁੱਲੇ ਨੇ ਆਪਦੀ ਝੋਲੀ ਕੱਢ ਕੇ ਉੱਪਰ ਵੱਲ ਮੂੰਹ ਕਰਕੇ ਕਿਹਾ, ਬਿਸਮਿਲ੍ਲਾ। ਇੱਕ ਬੜਾ ਵਧੀਆ ਪੱਕਿਆ ਹੋਇਆ ਅੰਬ ਉਸਦੀ ਝੋਲੀ 'ਚ ਡਿੱਗ ਪਿਆ। ਇੱਕ ਵਾਰੀ ਫੇਰ ਕਿਹਾ, ਬਿਸਮਿਲ੍ਲਾ। ਇੱਕ ਅੰਬ ਹੋਰ ਡਿੱਗ ਪਿਆ। ਜਦੋਂ ਸਾਈਂ ਜੀ ਬਿਲਕੁਲ ਕੋਲ ਪਹੁੰਚ ਗਏ, ਇੱਕ ਵਾਰੀ ਫੇਰ ਕਿਹਾ, ਬਿਸਮਿਲ੍ਲਾ। ਉਹਨਾਂ ਦੇ ਸਾਹਮਣੇ ਇੱਕ ਅੰਬ ਹੋਰ ਡਿੱਗ ਪਿਆ। ਸਾਈਂ ਜੀ ਕਹਿਣ ਲੱਗੇ, ਨੌਜਵਾਨ, ਤੂੰ ਚੋਰ ਹੈ? ਕਹਿਣ ਲੱਗੇ, ਨਹੀਂ। ਕਹਿੰਦਾ, ਇਹ ਸਾਡੇ ਅੰਬ ਤੂੰ ਚਰਾਏ ਨੇ, ਤੇਰੇ ਹੱਥ ਵਿੱਚ ਨੇ। ਕਹਿਣ ਲੱਗੇ, ਸਾਈਂ ਜੀ, ਮੈਂ ਕਿਸੇ ਰੁੱਖ ਤੇ ਨਹੀਂ ਚੜਿਆ, ਮੈਂ ਕਿਸੇ ਨਾਲੋਂ ਫਲ ਤੋੜਿਆ ਨਹੀਂ, ਇਹ ਖੁਦ ਬਖੁਦ ਮੇਰੀ ਝੋਲੀ 'ਚ ਆਪੇ ਡਿੱਗੇ ਨੇ। ਸਾਈਂ ਜੀ ਮੁਸਕਰਾਏ, ਕਹਿਣ ਲੱਗੇ, ਨੌਜਵਾਨ, ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ। ਬੁੱਲੇ ਸ਼ਾਹ ਕਹਿਣ ਲੱਗੇ, ਸਾਈਂ ਜੀ, ਮੈਂ ਸੱਚ ਕਹਿੰਦਾ ਹਾਂ। ਕਹਿੰਦਾ, ਫਿਰ ਇਹ ਕਰ ਕਿ 3 ਅੰਬ ਤੇਰੀ ਝੋਲੀ 'ਚ ਨੇ, ਇੱਕ ਅੰਬ ਫਿਰ ਆਪਣੇ ਆਪ ਹੋਰ ਡੇਗ। ਬੁੱਲੇ ਸ਼ਾਹ ਨੇ ਉਹਨਾਂ ਦੇ ਸਾਹਮਣੇ ਫੇਰ ਬੋਲਿਆ, ਬਿਸਮਿਲ੍ਲਾ। ਇੱਕ ਬੜਾ ਵਧੀਆ ਅੰਬ ਹੋਰ ਉਹਨਾਂ ਦੀ ਝੋਲੀ 'ਚ ਡਿੱਗ ਪਿਆ। ਇਹ ਕਰਿਸ਼ਮਾ ਵੇਖ ਕੇ ਸਾਈਂ ਇਨਾਇਤ ਹੁਸੈਨ ਬੜੇ ਖੁਸ਼ ਹੋਏ। ਉਹਨਾਂ ਨੇ ਕਿਹਾ, ਰੱਬ ਦੇ ਨੇੜੇ ਲੱਗਦਾ ਹੈ। ਕਿਹਾ, ਠੀਕ ਹੈ ਬਰਖੁਰਦਾਰ, ਤੂੰ ਸੱਚਾ ਹੈ। ਕਹਿਣ ਲੱਗੇ, ਸਾਈਂ ਜੀ, ਮੈਂ ਆਪ ਜੀ ਦੇ ਨਾਲ ਖੁੱਲਾ ਸਮਾਂ ਕੁਛ ਵਾਰਤਾਲਾਪ ਕਰਨੀ ਚਾਹੁੰਦਾ। ਉਹ ਕਹਿਣ ਲੱਗੇ ਕਿ ਹੁਣ ਤਾਂ ਮੈਂ ਕੁਛ ਮਸਰੂਫ ਹਾਂ, ਤੂੰ ਕੱਲ ਆਵੀਂ, ਉਹ ਸਾਹਮਣੇ ਮੇਰੀ ਡੇਰਾ ਹੈ, ਉੱਥੇ ਗੱਲ ਕਰਾਂਗੇ। ਅਗਲੇ ਦਿਨ ਬਾਬਾ ਬੁੱਲੇ ਸ਼ਾਹ ਸਵੇਰ ਸਵੇਰ ਸਾਈਂ ਦੇ ਡੇਰੇ ਤੇ ਪਹੁੰਚ ਗਏ। ਆਵਾਜ਼ਾਂ ਆ ਰਹੀਆਂ ਸਨ ਕੁੱਲੀ ਵਿੱਚੋਂ, ਅੱਲਾਹੂ ਅੱਲਾਹੂ। ਬਾਬਾ ਬੁੱਲੇ ਸ਼ਾਹ ਨੇ ਇਹਦੇ ਉੱਤੇ ਇੱਕ ਗੀਤ ਲਿਖਿਆ ਹੈ, ਅੱਲਾਹੂ ਦਾ ਆਵਾਜ਼ਾ ਆਵੇ ਕੁੱਲੀ ਨੀ ਫਕੀਰ ਦੇ ਵਿੱਚੋਂ। ਉੱਥੇ ਜਾ ਕੇ ਖਲੋ ਗਏ। ਸਾਈਂ ਜੀ ਦੇ ਕੁਝ ਚੇਲੇ ਉੱਥੇ ਬੈਠੇ ਸਨ। ਉਹਨਾਂ ਨੂੰ ਪੁੱਛਿਆ ਕਿ ਸਾਈਂ ਜੀ ਨੂੰ ਮਿਲਣਾ ਹੈ। ਉਹ ਕਹਿਣ ਲੱਗੇ ਕਿ ਸਾਈਂ ਜੀ ਆਪਦੀ ਕੁੱਲੀ ਦੇ ਵਿੱਚ ਉਸ ਰੱਬ ਦੀ ਵਜ਼ਦ ਵਿੱਚ ਨੇ, ਹੁਣੇ ਬਾਹਰ ਆਉਣਗੇ, ਫਿਰ ਮਿਲ ਲੈਣਾ। ਸਾਈਂ ਜੀ ਬਾਹਰ ਆਏ। ਬਾਬਾ ਬੁੱਲੇ ਸ਼ਾਹ ਨੇ ਸਜਦਾ ਕੀਤਾ। ਉਹ ਕਹਿਣ ਲੱਗੇ, ਦੱਸੋ ਕੀ ਚਾਹੁੰਦੇ ਹੋ? ਬਾਬਾ ਬੁੱਲੇ ਸ਼ਾਹ ਕਹਿਣ ਲੱਗੇ ਕਿ ਮੈਂ ਰੱਬ ਨੂੰ ਮਿਲਣਾ ਚਾਹੁੰਦਾ। ਕਿੱਥੇ ਮਿਲੇਗਾ, ਕਦੋਂ ਮਿਲੇਗਾ? ਬਹੁਤ ਸਾਰੇ ਸਵਾਲ ਇੱਕੋ ਵਾਰੀ ਕਰ ਦਿੱਤੇ। ਸਾਈਂ ਜੀ ਨੇ ਜਵਾਬ ਦਿੱਤਾ, ਕੋਈ ਗੱਲ ਨਹੀਂ, ਸਮਾਂ ਆਉਣ ਵਾਲਾ ਹੈ, ਤੁਹਾਡਾ ਰੱਬ ਨਾਲ ਮਿਲਾਪ ਹੋ ਜਾਏਗਾ, ਛੇਤੀ ਹੋ ਜਾਏਗਾ। ਬਾਬਾ ਬੁੱਲੇ ਸ਼ਾਹ ਖੁਸ਼ ਹੋਏ। ਉਹਨਾਂ ਨੂੰ ਸਾਈਂ ਜੀ ਵੱਲੋਂ ਅੱਲਾਹੂ ਦੀ ਅਰਾਧਨਾ ਦੀ ਆਵਾਜ਼ ਬੜੀ ਪਿਆਰੀ ਲੱਗਦੀ ਸੀ।
ਰਾਤ ਪਈ, ਸਾਰੇ ਸੰਗਤ ਨੇ ਰੋਟੀ ਖਾਧੀ, ਬਾਬਾ ਬੁੱਲੇ ਸ਼ਾਹ ਨੇ ਵੀ ਖਾਧੀ। ਸਾਰੇ ਆਪਣੀ ਆਪਣੀ ਜਗ੍ਹਾ ਦੇ ਉੱਤੇ ਜਾ ਕੇ ਲੇਟ ਗਏ, ਸੌਂ ਗਏ ਬਰਾਂਡਿਆਂ 'ਚ। ਠੰਡ ਦਾ ਸਮਾਂ ਸੀ, ਬਹੁਤ ਜ਼ੋਰਦਾਰ ਠੰਡ ਪੈ ਰਹੀ ਸੀ। ਸਾਈਂ ਜੀ ਆਪਣੀ ਕੁੱਲੀ ਵੱਲ ਚਲੇ ਗਏ। ਜਦੋਂ ਉਹ ਜਾ ਕੇ ਗੇਟ ਬੰਦ ਕਰਕੇ, ਦਰਵਾਜ਼ਾ ਬੰਦ ਕਰਕੇ ਕੁੱਲੀ ਦਾ, ਅੰਦਰ ਰੱਬ ਦੀ ਆਰਾਧਨਾ ਵਿੱਚ ਲੱਗੇ, ਤਾਂ ਬੁੱਲੇ ਸ਼ਾਹ ਉਹਨਾਂ ਦੀ ਕੁੱਲੀ ਦੇ ਗੇਟ ਦੇ ਬਾਹਰ ਜਾ ਕੇ ਚੌਂਕੜੀ ਮਾਰ ਕੇ ਬੈਠ ਗਏ। ਸਾਈਂ ਜੀ ਆਰਾਧਨਾ ਕਰਦੇ ਗਏ। ਰਾਤ ਦੇ 2 ਪਹਿਰ ਬੀਤ ਗਏ। ਦੂਸਰੇ ਪਹਿਰ 2:30 ਵਜੇ ਦੇ ਕਰੀਬ ਸਾਈਂ ਜੀ ਬਾਹਰ ਨਿਕਲੇ। ਵੇਖਿਆ ਇਹ ਨੌਜਵਾਨ ਇੱਥੇ ਬੈਠਾ ਹੈ। ਬੁੱਲੇ ਸ਼ਾਹ ਇੱਕਦਮ ਖੜੇ ਹੋ ਗਏ, ਸਜਦਾ ਕੀਤਾ। ਸਾਈਂ ਜੀ ਨੇ ਆਖਿਆ, ਨੌਜਵਾਨ, ਇੰਨੀ ਠੰਡ ਪੈ ਰਹੀ ਹੈ, ਇੱਥੇ ਬੈਠੇ ਹੋ? ਕਹਿਣ ਲੱਗੇ, ਸਾਈਂ ਜੀ, ਤੁਸੀਂ ਉਸ ਰੱਬ ਦੀ ਆਰਾਧਨਾ ਕਰ ਰਹੇ ਸੀ, ਉਹ ਆਵਾਜ਼ ਮੇਰੇ ਕੰਨਾਂ 'ਚ ਪੈ ਰਹੀ ਸੀ। ਮੇਰੇ ਮਨ ਨੂੰ ਬੜਾ ਸਕੂਨ ਮਿਲ ਰਿਹਾ ਸੀ, ਬੜਾ ਆਨੰਦ ਆ ਰਿਹਾ ਸੀ। ਉਸ ਆਨੰਦ ਦੇ ਰੋਲ ਵਿੱਚ, ਉਸ ਸਕੂਨ ਦੇ ਨਸ਼ੇ ਵਿੱਚ ਮੈਨੂੰ ਠੰਡ ਮਹਿਸੂਸ ਹੀ ਨਹੀਂ ਹੋਈ। ਸਾਈਂ ਜੀ ਨੇ ਪੁੱਛਿਆ, ਨੌਜਵਾਨ, ਕੀ ਚਾਹੁੰਦਾ ਹੈ? ਤੇਰਾ ਨਾਮ ਕੀ ਹੈ? ਕਹਿੰਦੇ ਜੀ, ਬੁੱਲਾ। ਬੁੱਲਿਆ, ਕੀ ਚਾਹੁੰਦਾ ਹੈ? ਸਾਡੇ ਕੋਲੋਂ ਕੀ ਚਾਹੁੰਦਾ ਹੈ? ਕਹਿਣ ਲੱਗੇ, ਸਾਈਂ ਜੀ, ਮੈਂ ਆਪ ਜੀ ਨੂੰ ਆਪਣਾ ਮੁਰਸ਼ਦ ਬਣਾਉਣਾ ਚਾਹੁੰਦਾ। ਕਿਉਂ ਬਣਾਉਣਾ ਚਾਹੁੰਦਾ ਹੈ? ਮੈਂ ਆਪ ਜੀ ਦੇ ਰਾਹੀਂ ਉਸ ਰੱਬ ਨੂੰ, ਉਸ ਅੱਲਾ ਨੂੰ ਮਿਲਣਾ ਚਾਹੁੰਦਾ। ਕਿੱਥੇ ਮਿਲੇਗਾ? ਉਹਦੀ ਪ੍ਰਾਪਤੀ ਕਿਵੇਂ ਹੋਵੇਗੀ? ਉਹਦਾ ਘਰ ਕਿੱਥੇ ਹੈ? ਤੁਸੀਂ ਮੈਨੂੰ ਦੱਸ ਛੱਡੋ, ਪਹੁੰਚ ਮੈਂ ਜਾਵਾਂਗਾ। ਜਿੰਨੀ ਮਰਜ਼ੀ ਦੂਰ ਹੋਵੇ, ਇਹ ਮੇਰਾ ਤੁਹਾਡੇ ਨਾਲ ਇਕਰਾਰ ਹੈ, ਮੈਂ ਪਹੁੰਚਣ। ਮੈਨੂੰ ਆਪਦਾ ਸ਼ਾਗਿਰਦ ਬਣਾਓ। ਤੁਹਾਨੂੰ ਆਪਣੇ ਸ਼ਾਗਿਰਦ ਉੱਤੇ ਮਾਣ ਹੋਏਗਾ ਕਿ ਤੁਹਾਡਾ ਸ਼ਾਗਿਰਦ ਤੁਹਾਡੇ ਦੱਸੇ ਹੋਏ ਮਾਰਗ ਤੇ ਚੱਲ ਕੇ ਅੱਲਾ ਦੇ ਦਰ ਤੇ, ਅੱਲਾ ਦੇ ਘਰ ਪਹੁੰਚ ਗਏ। ਸਾਈਂ ਜੀ ਖੁਸ਼ ਹੋਏ, ਕਹਿਣ ਲੱਗੇ, ਬੋਲਿਆ, ਰੱਬ ਦਾ ਕੋਈ ਵੱਖਰਾ ਘਰ ਨਹੀਂ, ਇਹ ਕੁੱਲ ਕਾਇਨਾਤ ਰੱਬ ਦਾ ਘਰ ਹੀ ਤਾਂ ਹੈ। ਇਹ ਸਾਰੇ ਦੇ ਕਾਇਨਾਤ ਦੇ ਵਿੱਚ, ਜ਼ਰਰੇ ਜ਼ਰਰੇ ਵਿੱਚ ਉਹ ਰੱਬ, ਉਹ ਅੱਲਾ ਵਸਿਆ ਹੋਇਆ ਹੈ। ਤੇਰੇ ਅੰਦਰ ਹੈ, ਮੇਰੇ ਵੀ ਅੰਦਰ ਹੈ। ਉਹ ਸਾਨੂੰ ਬਾਹਰੋਂ ਕਿਤੋਂ ਨਹੀਂ ਲੱਭਣਾ, ਉਹ ਸਾਨੂੰ ਅੰਦਰੋਂ ਮਿਲੇਗਾ। ਤੂੰ ਆਪਦੇ ਅੰਦਰ ਝਾਤੀ ਮਾਰ, ਬਾਹਰੋਂ ਛੱਡ ਦੇ। ਅੰਦਰੋਂ ਉਸ ਰੱਬ ਨੂੰ ਖੋਜਣ ਦੀ, ਰੱਬ ਨੂੰ ਲੱਭਣ ਦਾ ਯਤਨ ਕਰ। ਤੈਨੂੰ ਕਿਸੇ ਨਾ ਕਿਸੇ ਦਿਨ ਅੰਦਰੋਂ ਰੱਬ ਦੀ ਪ੍ਰਾਪਤੀ ਹੋ ਜਾਏਗੀ, ਕਿਤੇ ਜਾਣਾ ਵੀ ਨਹੀਂ ਪਏਗਾ। ਸਾਈਂ ਦੇ ਇਹ ਬੋਲ ਬੜੇ ਚੰਗੇ ਲੱਗੇ। ਅਗਲੇ ਦਿਨ ਚੜਿਆ, ਸਾਈਂ ਨੇ ਰਸਮਾਂ ਦੇ ਮੁਤਾਬਕ ਬੁੱਲੇ ਨੂੰ ਆਪਦਾ ਮੁਰੀਦ ਬਣਾਇਆ, ਆਪਣਾ ਚੇਲਾ ਬਣਾਇਆ। ਬੁੱਲਾ ਹੁਣ ਸਾਈਂ ਦੇ ਦਰ ਦਾ ਪੱਕਾ ਸੇਵਕ ਬਣ ਕੇ ਰਹਿ ਗਿਆ। ਉੱਥੇ ਝਾੜੂ ਲਾਉਂਦਾ, ਸਫਾਈ ਕਰਦਾ, ਆਏ ਗਏ ਨੂੰ ਪਾਣੀ ਪਿਲਾਉਂਦਾ, ਸਾਈਂ ਦੀ ਮਾਲਿਸ਼ ਕਰਦਾ, ਲੱਤਾਂ ਘੁੱਟਦਾ, ਪੈਰ ਦਬਾਉਂਦਾ। ਇਹ ਸਾਰੀਆਂ ਖਬਰਾਂ ਬੁੱਲੇ ਦੇ ਪਿੰਡ, ਬੁੱਲੇ ਦੇ ਘਰ ਕਸੂਰ ਪਹੁੰਚ ਗਈਆਂ। ਬੜਾ ਵੱਡਾ ਲੰਮਾ ਚੌੜਾ ਪਰਿਵਾਰ ਸੀ। ਸਾਰਾ ਪਰਿਵਾਰ ਇਕੱਠਾ ਹੋਇਆ। ਸਾਰੇ ਪਰਿਵਾਰ ਨੇ ਬਹਿ ਕੇ ਮਸ਼ਵਰਾ ਕੀਤਾ ਕਿ ਆਪਾਂ ਸਜਦ ਖਾਨਦਾਨ ਵਿੱਚੋਂ ਹਾਂ। ਇੱਥੇ ਮੈਂ ਮੁਖਤਸਰ ਅਰਜ਼ ਕਰਾਂ ਕਿ ਇਸਲਾਮ ਵਿੱਚ
ਸਜਦ ਖਾਨਦਾਨ ਨੂੰ ਬਹੁਤ ਮਾਣ ਸਤਿਕਾਰ ਹਾਸਲ ਹੈ, ਕਿਉਂਕਿ ਪੈਗੰਬਰੇ ਇਸਲਾਮ ਹਜ਼ਰਤ ਮੁਹੰਮਦ ਸਾਹਿਬ ਸਜਦ ਘਰਾਣੇ ਵਿੱਚ ਪੈਦਾ ਹੋਏ ਸਨ। ਇਸ ਕਰਕੇ ਅਹਿਲੇ ਇਸਲਾਮ ਨੇ ਸਜਦ ਘਰਾਣੇ ਨੂੰ ਉੱਚ ਕੋਟੀ ਦਾ ਘਰਾਣਾ ਮੰਨਿਆ ਤੇ ਬਹੁਤ ਮਾਣ ਸਤਿਕਾਰ ਸਜਦ ਖਾਨਦਾਨ ਨੂੰ ਪ੍ਰਾਪਤ ਹੁੰਦਾ ਹੈ। ਦੂਸਰੇ ਪਾਸੇ ਸਾਈਂ ਅਨਾਇਤ ਵਲੀ ਸ਼ਾਹ ਕਾਦਰੀ ਅਰਾਈ ਖਾਨਦਾਨ ਵਿੱਚੋਂ ਸਨ। ਅਰਾਈ ਖਾਨਦਾਨ ਜ਼ਿਮੀਂਦਾਰਾਂ ਕਿਸਾਨਾਂ ਦਾ ਇੱਕ ਖਾਨਦਾਨ ਹੈ ਜੋ ਸਬਜ਼ੀ ਦਾ ਤੇ ਬਾਗ ਦਾ ਕਿੱਤਾ ਕਰਦੇ ਨੇ। ਅਰਾਈ ਖਾਨਦਾਨ ਸਜਦ ਖਾਨਦਾਨ ਨਾਲੋਂ ਛੋਟਾ ਹੈ, ਮੰਨਿਆ ਗਿਆ ਹੈ, ਕਿਰਤੀ ਹੈ। ਸਜਦ ਖਾਨਦਾਨ ਪੂਜਣਯੋਗ ਹੈ, ਅਰਾਈ ਖਾਨਦਾਨ ਕਿਰਤੀ ਹੈ, ਛੋਟਾ ਹੈ। ਜਦੋਂ ਪਰਿਵਾਰ ਨੇ ਮਸ਼ਵਰਾ ਕੀਤਾ, ਪਰਿਵਾਰ ਦੇ ਕੁਝ ਸਿਆਣੇ ਬੰਦਿਆਂ ਨੇ ਆਖਿਆ ਕਿ ਸਵੇਰੇ ਬੁੱਲੇ ਨੂੰ ਲੈ ਕੇ ਆਈਏ। ਸਾਈਂ ਇਨਾਇਤ ਹੁਸੈਨ ਕਾਦਰੀ ਦੇ ਦਰਬਾਰ ਪਹੁੰਚ ਗਏ, ਪੁੱਛਦੇ ਹੋਏ। ਸਾਈਂ ਨੂੰ ਵੀ ਬੁਰਾ ਭਲਾ ਕਿਹਾ ਤੇ ਬੁੱਲੇ ਨੂੰ ਵੀ ਬਹੁਤ ਸਮਝਾਇਆ ਕਿ ਬੁੱਲਿਆ ਕੀ ਕਰਨਾ ਹੈ, ਏਡੇ ਵੱਡੇ ਸਜਦ ਖਾਨਦਾਨ ਨੂੰ ਡੀਕਾਂ ਲਾ ਛੱਡੀਆਂ ਹੀ। ਅਰਾਈਆਂ ਦਾ, ਕਮੀਆਂ ਦਾ ਸੇਵਾਦਾਰ ਬਣ ਕੇ ਬੈਠਾ ਹੋਇਆ, ਕੀ ਕਰਨਾ ਪਿਆ, ਅਕਲ ਨੂੰ ਵੇਖ, ਸੋਚ। ਬੁੱਲੇ ਨੇ ਸਾਰਿਆਂ ਨੂੰ ਹੱਥ ਜੋੜ ਕੇ ਉੱਥੋਂ ਚਲੇ ਜਾਣ ਨੂੰ ਕਿਹਾ। ਪੂਰਾ ਜ਼ੋਰ ਲਾ ਕੇ ਆਪਦਾ ਮੱਥਾ ਮਾਰ ਕੇ ਪਰਿਵਾਰ ਦੇ ਸਾਰੇ ਸਿਆਣੇ ਬੰਦੇ ਵਾਪਸ ਪਰਤੇ ਆਏ। ਫਿਰ ਵਾਰੀ ਆ ਗਈ ਬੀਬੀਆਂ ਦੀ। ਖਾਨਦਾਨ ਦੀਆਂ ਬੇਗਮਾਂ ਨੇ ਫਿਰ ਅਗਲਾ ਹਮਲਾ ਉਹਨਾਂ ਨੇ ਕੀਤਾ। ਜਾ ਕੇ ਉਹਨਾਂ ਨੇ ਵੀ ਪੂਰਾ ਜ਼ੋਰ ਲਾਇਆ। ਉਹਦੇ ਉੱਤੇ ਬਾਬਾ ਬੁੱਲੇ ਸ਼ਾਹ ਨੇ ਇੱਕ ਕਵਿਤਾ ਲਿਖੀ, ਬੁੱਲੇ ਨੂੰ ਸਮਝਾਵਣ ਆਈਆਂ ਭੈਣਾਂ ਤੇ ਭਰਜਾਈਆਂ। ਉਹਨਾਂ ਨੂੰ ਵੀ ਹੱਥ ਜੋੜ ਕੇ ਬੁੱਲੇ ਨੇ ਆਪਣੀ ਜਾਨ ਛੁਡਾਈ ਤੇ ਬੁੱਲਾ ਉਹਨਾਂ ਤੋਂ ਨਮੁਕਰ ਹੋ ਗਿਆ। ਤੰਗ ਆ ਕੇ ਬੁਰਾ ਭਲਾ ਕਹਿੰਦੇ, ਬੋਲਦੇ, ਬੁਲਾਉਂਦੇ ਵਾਪਸ ਚਲੇ ਗਏ। ਬੁੱਲਾ ਆਪਦੇ ਸਾਈਂ ਦੀ ਰਜ਼ਾ ਵਿੱਚ ਸੀ। ਉਹਦਾ ਆਲਮ ਇਹ ਸੀ ਕਿ ਸਾਈਂ ਦੇ ਰੋਜ਼ ਦੇ ਦਰਸ਼ਨ ਦੀਦਾਰ ਕੀਤੇ ਬਗੈਰ ਬੁੱਲੇ ਦਾ ਝੱਟ ਨਹੀਂ ਸੀ ਲੰਘਦਾ ਤੇ ਸਾਈਂ ਦੇ ਮੂੰਹੋਂ ਨਿਕਲਿਆ ਹੋਇਆ ਕੋਈ ਵੀ ਕੰਮ ਬੁੱਲੇ ਵਾਸਤੇ ਸ਼ਾਹੀ ਫਰਮਾਨ ਪਕਾਉਂਦਾ ਸੀ। ਸਾਈਂ ਦੇ ਕਹੇ ਲਫ਼ਜ਼ਾਂ ਦਾ ਹੁਕਮ ਦੀ ਪਾਲਣਾ ਕਰਨਾ ਉਹਦਾ ਜੀਵਨ ਸੀ ਤੇ ਸਾਈਂ ਦੇ ਦਰਸ਼ਨ ਦੀਦਾਰ ਕਰਨਾ ਉਹਦੇ ਵਾਸਤੇ ਇੱਕ ਬਹੁਤ ਵੱਡਾ ਸੁਭਾਗ ਸੀ। ਉਹਨੂੰ ਵੇਖ ਕੇ ਕੂੰਜਵਾ ਕੁੰਜਿਆ ਹੁੰਦਾ ਸੀ। ਸਾਈਂ ਬਹੁਤ ਬਜ਼ੁਰਗ ਸੀ। ਜਿਹੜੇ ਬੁੱਲੇ ਸ਼ਾਹ ਤੋਂ ਪਹਿਲਾਂ ਦੇ ਚੇਲੇ ਸਨ, ਉਹਨਾਂ ਦੇ ਮਨ ਵਿੱਚ ਇਹ ਆਸ ਸੀ ਕਿ ਸਾਈਂ ਹੁਣ ਬਜ਼ੁਰਗ ਹੋ ਗਏ ਨੇ, ਇਹਨਾਂ ਦੇ ਜਾਣ ਤੋਂ ਬਾਅਦ ਸ਼ਾਇਦ ਸਾਡਾ ਨੰਬਰ ਲੱਗ ਜਾਵੇ, ਅਸੀਂ ਇਸ ਡੇਰੇ ਦੇ ਗੱਦੀ ਨਸ਼ੀਨ ਬਣਾਂਗੇ। ਲੇਕਿਨ ਇਹ ਸਾਰੇ ਕੰਮ ਤੇ ਬੁੱਲਾ ਸੰਭਾਲ ਚੁੱਕਿਆ ਸੀ। ਸਾਈਂ ਦੇ ਮੂੰਹ ਚੋਂ ਸਾਰਾ ਦਿਨ ਬੁੱਲਿਆ ਬੁੱਲਿਆ ਨਿਕਲਦਾ ਸੀ। ਬੁੱਲਿਆ ਆ ਕਰ, ਬੁੱਲਿਆ ਆ ਸੰਭਾਲ, ਆ ਕਰ। ਬੁੱਲਾ ਤਾਂ ਸਾਰਾ ਕੁਝ ਲੈ ਚੁੱਕਿਆ ਸੀ। ਉਹਨਾਂ ਨੂੰ ਬੜਾ ਬੁਰਾ ਲੱਗਦਾ ਸੀ। ਉਹ ਗਾਏ ਬਗਾਏ ਸਾਈਂ ਦੇ, ਬੁੱਲੇ ਦੇ ਖਿਲਾਫ ਸਾਈਂ ਦੇ ਕੰਨ ਭਰਦੇ ਰਹਿੰਦੇ ਸੀ। ਲੇਕਿਨ ਸਾਈਂ ਰੱਬ ਨਾਲ ਰਲੀ ਹੋਈ ਰੂਹ ਸੀ। ਉਹ ਉਹਨਾਂ ਦੀ ਗੱਲ ਦਾ ਕੋਈ ਧਿਆਨ ਨਹੀਂ ਸੀ ਦਿੰਦੇ। ਲੇਕਿਨ ਗੱਦੀ ਦੇਣ ਤੋਂ ਪਹਿਲਾਂ ਸਾਈਂ ਨੇ ਬੁੱਲੇ ਦੀ ਪਰਖ ਜ਼ਰੂਰ ਕਰਨੀ ਹੈ। ਸਮਾਂ ਆ ਗਿਆ। ਸਾਈਂ ਜੀ ਆਪਣੇ ਆਸ਼ਰਮ ਵਿੱਚ, ਆਪਣੇ ਡੇਰੇ ਦੇ ਵਿੱਚ ਈਦ ਦਾ ਤਿਉਹਾਰ ਬੜੇ ਵੱਡੇ ਪੱਧਰ ਤੇ 3 ਦਿਨ
ਮਨਾਇਆ ਕਰਦੇ ਸਨ। ਹਰ ਸਾਲ ਸਾਲਾਨਾ ਉਸ ਉਰਸ ਨੂੰ 3 ਦਿਨ ਉੱਥੇ ਮਨਾਇਆ ਜਾਂਦਾ ਸੀ। ਸਮੁੱਚੇ ਇਲਾਕੇ ਦੇ ਲੋਕ, ਬਹੁਤ ਸਾਰੇ ਲਾਹੌਰ ਦੇ ਸ਼ਹਿਰੀ ਉਸ ਆਸ਼ਰਮ ਦੇ ਵਿੱਚ ਵੱਡੀ ਭੀੜ ਦੇ ਰੂਪ ਵਿੱਚ ਇਕੱਠਰ ਹੁੰਦੇ ਸਨ। ਵੰਨ ਸੁਵੰਨੇ ਲੰਗਰ, ਜਲੇਬੀਆਂ, ਸੇਵੀਆਂ, ਮਿੱਠੇ ਚੌਲ, ਦਾਲ ਫੁਲਕਾ, ਹੋਰ ਬਹੁਤ ਸਾਰੇ ਪਕਵਾਨ ਉੱਥੇ ਬਣਦੇ ਸਨ। ਸਟੇਜਾਂ ਲੱਗਦੀਆਂ ਸਨ, ਖਾੜੇ ਲੱਗਦੇ ਸਨ, ਵੱਡੇ ਵੱਡੇ ਕਵਾਲ, ਵੱਡੇ ਵੱਡੇ ਗਵਈਏ, ਨਚਾਰ, ਭੰਡ ਔਰ ਕੰਜਰੀਆਂ, ਇਹ ਸਭ ਜਾ ਕੇ ਉਸ ਮੇਲੇ ਦੇ ਵਿੱਚ ਆਪਦੀ ਹਾਜ਼ਰੀ ਲਵਾਉਂਦੀਆਂ ਸਨ। ਈਦ ਨੂੰ ਕੁਛ ਦਿਨ, 2-3 ਦਿਨ ਅਜੇ ਬਾਕੀ ਨੇ। ਤਿਆਰੀਆਂ ਵਿੱਚ ਸਾਰੇ ਜੁਟੇ ਹੋਏ ਨੇ। ਬੁੱਲੇ ਸ਼ਾਹ ਦੇ ਹੱਥੋਂ ਇੱਕ ਘਿਓ ਦਾ ਘੜਾ ਡਿੱਗ ਪਿਆ, ਟੁੱਟ ਗਿਆ ਤੇ ਘਿਓ ਡੁੱਲ ਗਿਆ। ਪਰਖ ਦਾ ਸਮਾਂ ਆ ਗਿਆ ਸੀ। ਇਸ ਗੱਲ ਦੀ ਸ਼ਿਕਾਇਤ ਜਦੋਂ ਸਾਈਂ ਕੋਲ ਗਈ, ਸਾਈਂ ਨੇ ਬੁੱਲੇ ਨੂੰ ਬੁਲਾਇਆ। ਤੂੰ ਧਿਆਨ ਨਹੀਂ ਦਿੰਦਾ, ਹੁਣ ਤੇਰਾ ਕੰਮ ਹੁਣ ਧਿਆਨ ਵਿੱਚ ਨਹੀਂ ਰਹਿੰਦਾ, ਤੇਰੇ ਤੌਰ ਬਦਲ ਗਏ ਨੇ, ਤੂੰ ਖਰਾਬ ਹੋ ਗਿਆ, ਤੂੰ ਗਲਤ ਹੋ ਗਿਆ, ਚਲਾ ਜਾ ਮੇਰੇ ਦਰਬਾਰ ਤੋਂ, ਬਾਹਰ ਹੋ ਜਾ। ਬੁੱਲੇ ਨੇ ਬੜੇ ਹੱਥ ਪੈਰ ਜੋੜੇ, ਬੜੇ ਤਰਲੇ ਲਏ, ਪਰ ਸਾਈਂ ਨੇ ਕਿਹਾ, ਜੇ ਤੇਰੇ ਦਿਲ ਵਿੱਚ ਮੇਰੇ ਪ੍ਰਤੀ ਕੋਈ ਵੀ ਮਾੜੀ ਮੋਟੀ ਗੱਲ ਹੈ ਤੇ ਇਸ ਦਰਬਾਰ ਤੋਂ ਬਾਹਰ ਚਲਾ ਜਾ ਤੇ ਮੈਨੂੰ ਫਿਰ ਉਹਦੀ ਸ਼ਕਲ ਨਾ ਵਿਖਾਈ। ਬੁੱਲੇ ਦੀਆਂ ਢਾਈ ਨਿਕਲ ਗਈਆਂ। ਉਹਦੇ ਵਾਸਤੇ ਸਮਝੋ ਇਹ ਬਹੁਤ ਵੱਡੀ ਮੌਤ ਦੇ ਬਰਾਬਰ ਸੀ। ਬੁੱਲੇ ਦਾ ਮਰਨ ਹੋ ਗਿਆ। ਬੁੱਲੇ ਦੀ ਜੀਵਨ ਸਵਾਸ ਇੱਥੇ ਤਾਂ ਚੱਲ ਰਹੇ ਸਨ। ਸਾਈਂ ਦੇ ਰੋਜ਼ ਦੀਦਾਰ ਕਰਨੇ, ਦਰਸ਼ਨ ਕਰਨੇ ਤੇ ਸਾਈਂ ਦੇ ਹੁਕਮ ਦੀ ਪਾਲਣਾ ਕਰਨੀ, ਇਹੋ ਹੀ ਉਹਦੀ ਦੁਨੀਆ ਸੀ, ਇਹੋ ਹੀ ਉਹਦੀ ਜ਼ਿੰਦਗੀ ਸੀ। ਇਹਨਾਂ ਦੋਵਾਂ ਕੰਮਾਂ ਤੋਂ ਮਹਿਰੂਮ ਹੋ ਗਿਆ। ਹੁਣ ਉਹਦੇ ਵਾਸਤੇ ਇਹ ਬੜਾ ਵੱਡਾ ਮਸਲਾ ਬਣ ਗਿਆ ਕਿ ਸਾਈਂ ਨੇ ਹੁਕਮ ਕੀਤਾ ਹੈ ਕਿ ਤੂੰ ਚਲਾ ਜਾ। ਸਾਈਂ ਦੇ ਹੁਕਮ ਦੀ ਪਾਲਣਾ ਕਰਨੀ ਪਏਗੀ, ਤੇ ਜੇ ਜਾਵਾਂਗਾ ਤੇ ਸਾਈਂ ਦੇ ਦੀਦਾਰ ਨਾ ਹੋਏ ਤੇ ਜਿਉਵਾਂਗਾ ਕਿਵੇਂ? ਮੇਰਾ ਤਾਂ ਮਰਨ ਹੋ ਜਾਏਗਾ। ਜਾਂ ਖੁਦਾ ਮੇਰੇ ਤੇ ਰਹਿਮ ਕਰ। ਖੈਰ ਰੱਬ ਨੇ ਰਸਤਾ ਬਣਾ ਦਿੱਤਾ। ਬੁੱਲੇ ਨੇ ਡੇਰੇ ਤੋਂ ਬਾਹਰ ਚਲਾ ਗਿਆ, ਮੂੰਹ ਤੇ ਕੱਪੜਾ ਬੰਨ ਲਿਆ, ਮੂੰਹ ਛੁਪਾ ਲਿਆ, ਡੇਰੇ ਦੇ ਇਰਦ ਗਿਰਦ ਬਾਹਰ ਘੁੰਮਦਾ ਰਹਿੰਦਾ ਤੇ ਬਾਹਰੋਂ ਖੁੱਲੇ ਹੋਏ ਦਰਵਾਜ਼ੇ ਥਾਣੀ, ਝਰੋਖੇ ਥਾਣੀ ਸਾਹਮਣੇ ਬੈਠੇ ਸਾਈਂ ਦੇ ਦਰਸ਼ਨ ਕਰ ਲੈਂਦਾ। ਹੁਕਮ ਤਾਂ ਉਹਨੇ ਮੰਨ ਹੀ ਲਿਆ ਸੀ, ਕਿਉਂਕਿ ਸਾਈਂ ਨੇ ਕਿਹਾ ਸੀ ਡੇਰੇ ਤੋਂ ਬਾਹਰ ਹੋ ਜਾ, ਤੇ ਸਾਈਂ ਦਾ ਹੁਕਮ ਮੰਨ ਕੇ ਹੀ ਤਾਂ ਬਾਹਰ ਗਿਆ ਸੀ। ਇਹ ਉਹਨੂੰ ਸੰਤੁਸ਼ਟੀ ਸੀ ਕਿ ਮੈਂ ਹੁਕਮ ਤਾਂ ਦੀ ਪਾਲਣਾ ਤਾਂ ਕਰ ਹੀ ਰਿਹਾ। ਸਾਈਂ ਦੇ ਦੀਦਾਰ ਕਰ ਲੈਂਦਾ ਸੀ। ਈਦ ਦਾ ਦਿਨ ਆ ਪਹੁੰਚਿਆ। ਪਹਿਲਾ ਦਿਨ ਸਮਾਗਮ ਸ਼ੁਰੂ ਹੋਇਆ। ਬੁੱਲਾ ਭੇਸ ਵਟਾ ਕੇ ਭੀੜ ਦੇ ਵਿੱਚ ਲੁਕ ਕੇ ਡੇਰੇ ਦੇ ਅੰਦਰ ਆਇਆ। ਕਵਾਲਾਂ ਨੇ ਗਾਇਆ, ਗਵਈਆਂ ਨੇ ਗਾਇਆ, ਕਾਫੀਆਂ ਸੁਣਾਈਆਂ ਗਈਆਂ, ਨਚਾਰਾਂ ਨੇ ਨੱਚ ਕੇ ਵਿਖਾਇਆ, ਗੀਤ ਗਾਏ, ਕੰਜਰੀਆਂ ਨੇ ਗਾਇਆ, ਨੱਚ ਕੇ ਵਿਖਾਇਆ। ਇਹ ਸਾਰੇ ਦੇ ਸਾਰੇ ਪ੍ਰੋਗਰਾਮ ਤੋਂ ਬੁੱਲਾ ਸਾਈਂ ਵੱਲ ਟਿਕਟਕੀ ਲਾ ਕੇ ਵੇਂਦਾ ਰਿਹਾ। ਸਾਈਂ ਬਹੁਤ ਖੁਸ਼ ਹੋਇਆ। ਆਖਰੀ ਜਿਹੜੇ ਗੀਤ ਰੱਬ ਦੇ ਰੰਗ ਵਿੱਚ ਉਹਨਾਂ 2 ਬੇਗਮ ਕੰਜਰੀਆਂ ਨੇ ਗਾਏ, ਉਸ ਰੱਬ ਦੀ ਅਰਾਧਨਾ ਵਿੱਚ ਉਹ ਬਾ ਕਮਾਲ ਗੀਤ ਸਨ। ਸਾਈਂ ਉਹਨਾਂ ਗੀਤਾਂ ਤੋਂ ਬਹੁਤ ਖੁਸ਼ ਹੋਇਆ ਔਰ ਬਹੁਤ ਸਾਰੀ ਸੰਗਤ ਨੇ ਵੀ ਉਹਨਾਂ ਗੀਤਾਂ ਨੂੰ ਬਹੁਤ ਸਰਾਹਿਆ। ਬੁੱਲੇ ਦੇ ਦਿਲ ਵਿੱਚ ਗੱਲ ਵੱਜ ਗਈ। ਉਹ ਸੋਚਿਆ ਕਿ ਜੇ ਇਹ ਕੰਜਰੀਆਂ ਇੱਕ ਵਧੀਆ ਗੀਤ ਗਾ ਕੇ ਰੱਬ ਦੇ ਨਾਂ ਦਾ
ਆ ਸਾਈਂ ਨੂੰ ਖੁਸ਼ ਕਰ ਸਕਦੀਆਂ ਤੇ ਮੈਂ ਕਿਉਂ ਨਹੀਂ ਕਰ ਸਕਦਾ। ਫਿਰ ਸੋਚਿਆ, ਬੁੱਢਿਆ ਤੂੰ ਮਰਦ ਹੈ, ਤੂੰ ਇਨਸਾਨ ਹੈ, ਤੂੰ ਕੋ ਕੰਜਰੀ ਥੋੜਾ ਹੈ। ਫਿਰ ਸੋਚਿਆ, ਬੁੱਢਿਆ ਜੇ ਰੱਬ ਖੁਸ਼ ਕਰ ਲਵੇਂ, ਜੇ ਸਾਈਂ ਨੂੰ ਖੁਸ਼ ਕਰ ਲੈ, ਤੇਰਾ ਕੀ ਘਟ ਜਾਏਗਾ ਹੈ। ਆਪਦੇ ਮਨ ਨਾਲ ਵਿਚਾਰਾਂ ਕਰਦਾ ਕਰਾਉਂਦਾ ਸੋਚ ਰਿਹਾ ਸੀ। ਕੰਜਰੀਆਂ ਜਦੋਂ ਆਪਦਾ ਗੀਤ ਗਾ ਕੇ ਪ੍ਰੋਗਰਾਮ ਦੇ ਕੇ ਬਾਹਰ ਨਿਕਲੀਆਂ, ਬੁੱਲਾ ਹੌਲੀ ਹੌਲੀ ਉਹਨਾਂ ਦੇ ਮਗਰ ਉੱਡ ਰਿਹਾ। ਥੋੜੀ ਜਿਹੀ ਵਾਟ ਤੇ ਜਾ ਕੇ ਬੁੱਲੇ ਨੇ ਆਵਾਜ਼ ਮਾਰੀ। ਉਹਨਾਂ ਕੰਜਰੀਆਂ ਦੇ ਨਾਲ ਜਿਹੜੇ ਸਾਜ਼ ਵਜਾਉਣ ਵਾਲੇ ਬੰਦੇ ਸਨ, ਉਹ ਖਲੋ ਗਏ। ਉਹਨਾਂ ਕਿਹਾ, ਹਾਂ ਦੱਸ। ਕਿਉਂਕਿ ਬੁੱਲਾ ਪੂਰੇ ਲਾਹੌਰ ਵਿੱਚ ਮਸ਼ਹੂਰ ਸੀ, ਸਾਈਂ ਦੇ ਦਰਬਾਰ ਦਾ ਸੇਵਾਦਾਰ ਜੋ ਸੀ, ਤੇ ਸਾਰਾ ਲਾਹੌਰ ਉੱਥੇ ਆਉਂਦਾ ਸੀ। ਇਸ ਕਰਕੇ ਬੁੱਢਾ ਉੱਥੇ ਸੇਵਾ ਕਰਦਾ ਮਿਲਦਾ ਰਹਿੰਦਾ ਸੀ, ਸਾਰਿਆਂ ਨੂੰ ਇੱਜ਼ਤ ਮਾਣ ਦਿੰਦਾ ਸੀ, ਇਸ ਕਰਕੇ ਮਸ਼ਹੂਰ ਸੀ। ਤੇ ਸਾਈਂ ਜੀ ਵੀ ਜਦੋਂ ਕੋਈ ਉਹਨਾਂ ਨੂੰ ਕੋਈ ਕਹਿੰਦਾ ਸੀ ਤਾਂ ਕਹਿੰਦੇ ਸੀ, ਬੁੱਲੇ ਨੂੰ ਪੁੱਛੋ, ਬੁੱਲੇ ਨੂੰ ਪਤਾ ਹੋਵੇਗਾ, ਉਹ ਬੁੱਲਿਆ ਆਹ ਕੰਮ ਕਰ। ਇਸ ਕਰਕੇ ਬੁੱਲਾ ਮਸ਼ਹੂਰ ਸੀ। ਉਹ ਸਾਜ਼ ਵਜਾਉਣ ਵਾਲੇ ਨੇ ਆਖਿਆ, ਬੋਲਿਆ ਦੱਸ। ਕਹਿੰਦਾ ਇੱਕ ਗੁਜ਼ਾਰਿਸ਼ ਹੈ। ਕਹਿੰਦਾ ਦੱਸ। ਕਹਿੰਦਾ ਇੱਕ ਦਿਨ ਦੇ ਵਾਸਤੇ ਮੈਨੂੰ ਆ ਜਿਹੜੀ ਬੇਗਮ ਦੇ ਕੱਪੜੇ ਨੇ ਨਾ, ਇਹ ਤੇ ਘੁੰਗਰੂ ਚਾਹੀਦੇ ਨੇ। ਉਹ ਕਹਿੰਦੇ ਇਹ ਕਿਹੜੀ ਗੱਲ ਏ, ਸਵੇਰੇ ਪਹੁੰਚਾ ਦਿਆਂਗੇ। ਦਿਨ ਚੜਿਆ, ਬੁੱਲੇ ਕੋਲ ਉਹ ਕੱਪੜੇ ਤੇ ਘੁੰਗਰੂ ਪਹੁੰਚ ਗਏ। ਲਾਲ ਰੰਗ ਦਾ ਕੁੜਤਾ, ਚਿੱਟੀ ਸਲਵਾਰ, ਹਰੇ ਰੰਗ ਦਾ ਸਿਰ ਦਾ ਸਾਲੂ ਤੇ ਘੁੰਗਰੂ ਕਹੇ ਸੀ, ਗਿਣਤੀ ਨਹੀਂ ਸੀ ਦਿੱਤੀ, ਇਸ ਕਰਕੇ ਉਹ 4 ਘੁੰਗਰੂ ਲੈ ਆਇਆ। ਘੁੰਗਰੂ ਤੇ 2 ਚਾਹੀਦੇ ਸੀ। ਬੁੱਲਾ ਫਕੀਰ ਸੀ। ਬੁੱਲੇ ਨੇ ਤਿਆਰੀ ਕੀਤੀ, ਉਹ ਕੱਪੜੇ ਪਾਏ, ਇੱਕ ਜੋੜਾ ਘੁੰਗਰੂਆਂ ਦਾ ਆਪਦੇ ਪੈਰਾਂ ਤੇ ਬੰਨਿਆ, ਗਿੱਟਿਆਂ ਤੇ ਬੰਨਿਆ, ਇੱਕ ਜੋੜਾ ਘੁੰਗਰੂਆਂ ਦਾ ਆਪਦੇ ਬਾਹਾਂ ਵਿੱਚ ਪਾਇਆ, ਹੱਥਾਂ ਤੇ ਟਪਾ ਕੇ, ਤੇ ਆਪਦਾ ਮੂੰਹ ਸਾਲੂ ਚ ਲੁਕਾ ਕੇ ਬੁੱਲਾ ਜਾ ਕੇ ਸੰਗਤ ਦੀ ਭੀੜ ਵਿੱਚ ਪੈ ਗਿਆ, ਜਿੱਥੇ ਬੀਬੀਆਂ ਬੈਠੀਆਂ ਹੋਈਆਂ ਸਨ। ਰੋਜ਼ਮर्रा ਵਾਂਗੂ ਪ੍ਰੋਗਰਾਮ ਸ਼ੁਰੂ ਹੋਇਆ। ਕਵਾਲ ਲੱਗੇ, ਨਚਾਰ ਲੱਗੇ, ਗੀਤਾਂ ਵਾਲਿਆਂ ਨੇ ਗੀਤ ਗਾਏ। ਫਿਰ ਵਾਰੀ ਕੰਜਰੀਆਂ ਦੀ ਆਈ। ਕੰਜਰੀਆਂ ਨੇ ਵੀ ਆਪਦਾ ਗੀਤ ਸੁਣਾਏ। ਇਸ ਵੇਲੇ ਉਹਨਾਂ ਨੇ ਆਖਰੀ ਗੀਤ ਗਾਇਆ ਕਿ ਸਮਾਪਤੀ ਵੱਲ ਵਧੀਆਂ ਤੇ ਕਹਿੰਦੇ ਨੇ ਕਿ ਬੁੱਲਾ ਉੱਠ ਕੇ ਖੜੋ ਗਿਆ। ਆਪਦੇ ਸਾਈਂ ਨੂੰ ਸਜਦਾ ਕਰਕੇ ਬੁੱਲੇ ਨੇ ਇੱਕ ਸ਼ੇਰ ਬੋਲਿਆ। ਕਹਿਣ ਲੱਗਾ ਕਿ ਕੰਜਰੀ ਬਣਿਆ ਮੇਰੀ ਇੱਜ਼ਤ ਨਾ ਘਟਦੀ, ਤੇ ਮੈਂ ਨੱਚ ਨੱਚ ਯਾਰ ਮਨਾਵਾਂ। ਇੱਥੇ ਕਿਸੇ ਨੇ ਮਨਾਵਾਂ ਲਿਖਿਆ, ਕਿਸੇ ਨੇ ਰਜਾਵਾਂ ਲਿਖਿਆ। ਦੋਵਾਂ ਚੀਜ਼ਾਂ ਦਾ ਅਰਥ ਇੱਕੋ ਹੀ ਹੈ। ਆਪਦੇ ਯਾਰ ਨੂੰ, ਆਪਦੇ ਸਾਈਂ ਨੂੰ ਖੁਸ਼ ਕਰਨਾ, ਰਜਾਉਣਾ ਵੀ ਖੁਸ਼ ਕਰਨਾ ਹੁੰਦਾ ਹੈ ਤੇ ਮਨਾਉਣਾ ਵੀ ਰੁੱਸੇ ਨੂੰ ਖੁਸ਼ ਕਰਨਾ ਹੀ ਹੁੰਦਾ ਹੈ। ਇਹ ਸ਼ੇਰ ਬੋਲ ਕੇ ਬੁੱਲੇ ਨੇ ਨੱਚਣਾ ਸ਼ੁਰੂ ਕੀਤਾ। ਬੁੱਲੇ ਦੀ ਇਹ ਕਵਾਲੀ ਦੁਨੀਆ ਭਰ ਵਿੱਚ ਹਰ ਜ਼ੁਬਾਨ ਵਿੱਚ ਅੱਜ ਵੀ ਗਾਈ ਜਾਂਦੀ ਹੈ। ਇਹ ਸ਼ੇਰ ਬੋਲਣ ਤੋਂ ਬਾਅਦ ਉਹਨੇ ਇਹ ਕਵਾਲੀ ਸ਼ੁਰੂ ਕੀਤੀ ਕਿ ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ, ਛੇਤੀ ਬੌੜੀ ਵੇ ਤੂੰ ਬੀਬਾ, ਨਹੀਂ ਤਾਂ ਮੈਂ ਮਰ ਗਈ। ਬੁੱਲੇ ਨੇ ਆਖਿਆ ਕਿ ਜੇ ਅੱਜ ਸਾਈਂ ਨਾ ਮੰਨਿਆ ਤੇ ਅੱਜ ਬੁੱਲਾ ਜਾਨ ਦੇ ਦੇਵੇਗਾ, ਬੁੱਲਾ ਸਮਾਪਤ ਹੋ ਜਾਏਗਾ। ਇਸ ਕਵਾਲੀ ਨੂੰ ਇੰਨੇ ਬੁਲੰਦ, ਕਿਉਂਕਿ ਬੁੱਲੇ ਦੀ ਆਵਾਜ਼ ਵਿੱਚ ਬੜਾ ਦਮ ਸੀ, ਬੜੀ ਬੁਲੰਦ ਆਵਾਜ਼ ਸੀ। ਗੋਰਾ ਚਿੱਟਾ ਸੋਹਣਾ ਸੁਨੱਖਾ ਨੌਜਵਾਨ ਮੁੰਡਾ ਸੀ ਬੁੱਲਾ। ਲਪਾਇਆ ਹੋਇਆ ਲਿਬਾਸ ਬੜਾ ਜੱਚਦਾ ਸੀ। ਉੱਤੋਂ ਲੰਮਾ ਸਾਰਾ ਘੁੰਡ ਕੱਢ ਕੇ ਉਹਦਾ ਚਿਹਰਾ ਲਕਾਇਆ ਹੋਇਆ ਸੀ। ਕੰਜਰੀਆਂ ਦੀ ਇਹ ਖਾਹਿਸ਼
ਖਾਸੀਅਤ ਹੁੰਦੀ ਹੈ ਕਿ ਉਹ ਆਪਦਾ ਚਿਹਰਾ ਨਹੀਂ ਲੁਕਾਉਂਦੀਆਂ। ਅੱਜ ਵੀ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਉਹ ਹੁੰਦੀਆਂ ਨੇ ਕਿ ਉਹ ਆਪਦਾ ਚਿਹਰਾ ਨਹੀਂ ਲੁਕਾਉਂਦੀਆਂ। ਔਰਤ ਤੇ ਕੰਜਰੀ 'ਚ ਇਹੀ ਫਰਕ ਹੁੰਦਾ ਹੈ ਕਿ ਔਰਤ ਆਪਦਾ ਚਿਹਰਾ ਲੁਕਾ ਕੇ ਰੱਖਦੀ ਏ, ਕਿਸੇ ਵੀ ਧਰਮ ਦੀ ਹੁੰਦੀ ਏ, ਘੁੰਡ ਕੱਢ ਕੇ ਰੱਖਦੀ ਏ। ਕੰਜਰੀ ਆਪਦਾ ਚਿਹਰਾ ਵਿਖਾਉਂਦੀ ਏ। ਹੁਣ ਇਹ ਕਿਸ ਕਿਸਮ ਦੀ ਕੰਜਰੀ ਸੀ ਜਿਹੜੀ ਆਪਦਾ ਸਾਲੂ ਵਿੱਚ ਮੂੰਹ ਲੁਕਾ ਕੇ ਨੱਚ ਰਹੀ ਸੀ। ਇਹ ਕਹਿੰਦੇ ਨੇ ਕਿ ਇਹ ਗੀਤ, ਇਹ ਕਵਾਲੀ ਇੱਕ ਇੱਕ ਦਿਲ ਨੂੰ ਟੁੰਬ ਗਈ। ਝੂਮ ਉੱਠੀ ਸੰਗਤ, ਹਜ਼ਾਰਾਂ ਦੀ ਗਿਣਤੀ 'ਚ ਬੈਠੇ ਲੋਕ ਝੂਮ ਉੱਠੇ। ਕਮਾਲ ਹੋ ਗਈ, ਕਮਾਲ ਹੋ ਗਈ। ਲੋਕ ਆਪ ਮੁਹਾਰੇ ਨੱਚੇ ਤੇ ਬੁੱਲਾ ਇੰਨੇ ਜ਼ੋਰ ਨਾਲ ਘੁੰਮ ਘੁੰਮ ਕੇ ਨੱਚਿਆ, ਕਹਿੰਦੇ ਨੇ ਕਿ ਘੁੰਗਰੂ ਟੁੱਟ ਗਏ। ਬੁੱਲੇ ਦੇ ਗਿੱਟਿਆਂ ਚੋਂ ਤੇ ਹੱਥਾਂ ਦੇ ਤਲੀਆਂ ਚੋਂ ਖੂਨ ਵਗਿਆ। ਆਪ ਮੁਹਾਰੀ ਹੋਈ ਭੀੜ ਨੱਚੀ। ਸਾਈਂ ਇੰਨਾ ਪ੍ਰਸੰਨ ਹੋਇਆ, ਇੰਨਾ ਖੁਸ਼ ਹੋਇਆ, ਆਪਦੀ ਗੱਦੀ ਤੋਂ ਉੱਠ ਕੇ ਬੁੱਲੇ ਨੂੰ ਗੱਲ ਨਾਲ ਲਾ ਲਿਆ। ਸਿਰ ਤੋਂ ਸਾਲੂ ਲਾ ਕੇ ਕਹਿੰਦਾ, ਬੁੱਲਿਆ ਇਵੇਂ ਲੁਕ ਜਾਏਗਾ। ਰੋਂਦੇ ਹੋਏ ਬੁੱਲੇ ਨੇ ਸਾਈਂ ਦੇ ਚਰਨਾਂ ਤੇ ਸਿਰ ਧਰ ਦਿੱਤਾ। ਕਹਿਣ ਲੱਗੇ, ਸਾਈਂ ਬੁੱਲਾ ਨਹੀਂ, ਭੁੱਲਾ। ਕਹਿੰਦੇ ਨਹੀਂ, ਬੁੱਲਾ ਸਾਈਂ ਦੇ ਪੈਰ ਨਾ ਛੱਡੇ, ਰੱਜ ਕੇ ਕਹਿੰਦਾ, ਸਾਈਂ ਮੈਨੂੰ ਅੱਜ ਰੋ ਲੈਂਦੇ। ਕਹਿੰਦੇ ਨੇ ਕਿ ਬੁੱਲਾ ਇੰਨਾ ਕੁ ਰੋਇਆ, ਸਾਈਂ ਦੇ ਪੈਰ ਹੀ ਨਹੀਂ ਭਿੱਜੇ, ਪੈਰਾਂ ਦੇ ਥੱਲੋਂ ਤੱਕ ਸਾਰੀ ਜ਼ਮੀਨ ਗਿੱਲੀ ਹੋ ਗਈ। ਮੋਢਿਆਂ ਤੋਂ ਫੜ ਕੇ ਜਦੋਂ ਸਾਈਂ ਨੇ ਗੱਲ ਨਾਲ ਲਾਇਆ, ਕਹਿੰਦਾ, ਬੁੱਲਿਆ ਤੇਰੀ ਪਰਖ ਹੋ ਰਹੀ ਸੀ ਤੇ ਤੂੰ ਆਪਦੀ ਪਰਖ ਚੋਂ ਪੂਰੀ ਤਰ੍ਹਾਂ ਪਾਸ ਹੋਏ। ਤੇ ਬੁੱਲੇ ਨੇ ਕਿਹਾ, ਸਾਈਂ ਜੀ, ਜਿਸ ਰਾਤ ਤੁਸਾਂ ਮੈਨੂੰ ਇਹ ਉਪਦੇਸ਼ ਦਿੱਤਾ ਸੀ ਨਾ ਕਿ ਬੁੱਲਿਆ ਰੱਬ ਸਾਡੇ ਅੰਦਰ ਏ ਤੇ ਅੰਦਰੋਂ ਝਾਤੀ ਮਾਰ ਕੇ ਕੱਢਣਾ ਪਏਗਾ, ਤੇ ਜਦੋਂ ਮੈਂ ਤੁਹਾਡੇ ਕੋਲ ਤੁਹਾਡੇ ਖੇਤਾਂ 'ਚ ਪਹੁੰਚਿਆ ਤੇ ਦੂਜੀ ਵਾਰੀ ਤੁਸੀਂ ਜਦੋਂ ਗੰਢਿਆਂ ਦੀ ਪਨੀਰੀ ਲਾਉਂਦਿਆਂ ਮੈਨੂੰ ਕਿਹਾ ਕਿ ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੱਟਣਾ ਤੇ ਇੱਧਰ ਲਾਉਣਾ, ਤੇ ਮੈਂ ਤੁਹਾਨੂੰ ਜਦੋਂ ਪੁੱਛਿਆ ਸੀ ਵੀ ਕਿੱਧਰੋਂ ਪੱਟਣਾ ਤੇ ਕਿੱਧਰ ਲਾਉਣਾ, ਤੇ ਤੁਸੀਂ ਮੈਨੂੰ ਕਿਹਾ ਸੀ ਨਾ ਵੀ ਦੁਨੀਆ ਵੱਲੋਂ ਪੱਟਣਾ ਤੇ ਰੱਬ ਵੱਲ ਲਾਉਣਾ, ਰੱਬ ਦੀ ਪ੍ਰਾਪਤੀ। ਉਸ ਦਿਨ ਤੋਂ ਮੈਨੂੰ ਅੱਧਾ ਰੱਬ ਪ੍ਰਾਪਤ ਹੋਇਆ ਸੀ। ਤੇ ਅੱਜ ਜਦੋਂ ਤੁਸੀਂ ਖੁਸ਼ੀ ਵਿੱਚ ਝੂਮ ਕੇ ਨੱਚੇ ਹੋ ਨਾ, ਤੇ ਤੁਸੀਂ ਆਪਦੇ ਗੱਲ ਨਾਲ ਇਸ ਨਾਚੀਜ਼ ਨੂੰ ਲਾਇਆ ਹੈ। ਅੱਜ ਮੈਨੂੰ ਪੂਰਾ ਰੱਬ ਮਿਲ ਗਿਆ ਹੈ। ਅੱਜ ਮੈਨੂੰ ਉਸ ਅੱਲਾ ਦੇ ਸਾਖਸ਼ਾਤ ਦਰਸ਼ਨ ਹੋ ਗਏ ਨੇ। ਅੱਜ ਮੇਰਾ ਜੀਵਨ ਸਫਲ ਹੋ ਗਿਆ ਹੈ। ਜਿਸ ਕੰਮ ਵਾਸਤੇ ਮੈਂ ਘਰੋਂ ਬਾਗੀ ਹੋ ਕੇ ਰੱਬ ਦੀ ਭਾਲ 'ਚ ਚੱਲਿਆ ਸਾਂ, ਅੱਜ ਉਸ ਰੱਬ ਦੀ ਇਹਦੀ ਕਿਰਪਾ ਹੋਈ ਹੈ। ਅੱਜ ਇਹਦੀ ਉਸਦੀ ਕਰਮ ਕੀਤਾ ਹੈ ਉਸਨੇ ਮੇਰੇ ਤੇ ਕਿਰਪਾ ਦੀ ਬਾਰਿਸ਼, ਕਿ ਅੱਜ ਮੈਨੂੰ ਉਹਨੇ ਸਾਖਸ਼ਾਤ ਤੁਹਾਡੇ ਰੂਪ ਵਿੱਚ ਦਰਸ਼ਨ ਦੇ ਦਿੱਤੇ ਨੇ। ਗੱਲ ਨਾਲ ਲਾ ਕੇ ਸਾਈਂ ਨੇ ਉੱਥੇ ਐਲਾਨ ਕੀਤਾ ਕਿ ਸਾਡੇ ਤੋਂ ਬਾਅਦ ਇਸ ਗੱਦੀ ਦੀ ਸੇਵਾ ਬੁੱਲੇ ਸ਼ਾਹ ਕਰੇਗਾ। ਕੁਛ ਸਮਾਂ ਬਾਅਦ ਸਾਈਂ ਅਨੈਤ ਵਲੀ ਸ਼ਾਹ ਕਾਦਰੀ ਵਫਾਤ ਪਾ ਗਏ। ਸਾਰੇ ਡੇਰੇ ਦੇ ਸੇਵਾਦਾਰਾਂ ਨੇ ਇਕੱਠੇ ਹੋ ਕੇ ਬਾਬਾ ਬੁੱਲੇ ਸ਼ਾਹ ਨੂੰ ਉਸ ਗੱਦੀ ਦਾ ਗੱਦੀ ਨਸ਼ੀਨ ਬਣਾਇਆ, ਉਹਨਾਂ ਦੀ ਤਾਜਪੋਸ਼ੀ ਕੀਤੀ। ਕਾਫੀ ਸਾਲ ਉਸ ਡੇਰੇ, ਉਸ ਆਸ਼ਰਮ ਦੀ ਸੇਵਾ ਸੰਭਾਲ ਕਰਕੇ ਸੰਗਤਾਂ ਦੇ ਰਿਹਾਇਸ਼ ਵਾਸਤੇ ਵਧੀਆ ਕਮਰੇ, ਲੰਗਰ ਦੇ ਵਧੀਆ ਪ੍ਰਬੰਧ, ਹਕੀਮਾਂ ਤੇ ਵੈਦਾਂ ਦੇ ਪ੍ਰਬੰਧ, ਹੋਰ ਜੋ ਕੁਛ ਵੀ ਲੋੜੀਂਦਾ ਸੀ ਸਾਰੇ ਪ੍ਰਬੰਧ ਕਰਕੇ ਬਾਬਾ ਬੁੱਲੇ ਸ਼ਾਹ
ਉਸ ਡੇਰੇ ਨੂੰ, ਭਰੇ ਮੇਲੇ ਨੂੰ ਛੱਡ ਕੇ ਉੱਥੋਂ ਰੁਖਸਤ ਹੋ ਗਏ ਤੇ ਫਿਰ ਮੁੜ ਕੇ ਆਪਦੇ ਵਤਨ ਕਸੂਰ ਆ ਪਹੁੰਚੇ। ਆ ਕੇ ਕਿਸੇ ਜ਼ਿਮੀਂਦਾਰ ਜੱਟ ਦੇ ਖੂਹ ਤੇ ਆ ਕੇ ਕਿਆਮ ਕੀਤਾ, ਉੱਥੇ ਬੈਠੇ। ਉਦੋਂ ਤੱਕ ਬਾਬਾ ਬੁੱਲੇ ਸ਼ਾਹ ਪੂਰੇ ਪੰਜਾਬ ਵਿੱਚ ਮਸ਼ਹੂਰ ਹੋ ਚੁੱਕੇ ਸਨ, ਕਿਉਂਕਿ ਉੱਚ ਕੋਟੀ ਦੇ ਸ਼ਾਇਰ ਸਨ ਤੇ ਉਹਨਾਂ ਦੇ ਕਵਿਤਾਵਾਂ ਹਰ ਪਿੰਡ ਦੀ ਸੱਥ ਵਿੱਚ ਗਾਵੀਆਂ ਜਾਂਦੀਆਂ ਸਨ। ਉਹਨਾਂ ਪੁੱਛਿਆ, ਕੌਣ ਹੋ? ਦੱਸਿਆ, ਜੀ ਬੁੱਲਾ ਹਾਂ। ਬੜੀ ਖੁਸ਼ੀ ਹੋਈ। ਉਹਨਾਂ ਨੇ ਆਖਿਆ, ਦੱਸੋ ਸਾਡੇ ਲਈ ਸੇਵਾ। ਕਹਿੰਦੇ, ਇੱਕ ਕੁੱਲੀ ਬਣਾ ਦਿਓ। ਉੱਥੇ ਕੁੱਲੀ ਬਣੀ। ਫਿਰ ਉੱਥੇ ਬਾਕੀ ਦਾ ਜੀਵਨ ਬਤੀਤ ਕਰਕੇ ਬਾਬਾ ਬੁੱਲੇ ਸ਼ਾਹ ਦਾ ਉੱਥੇ ਇੰਤਕਾਲ ਹੋਇਆ। ਉਸ ਜਗ੍ਹਾ ਦੇ ਉੱਤੇ ਉਹਨਾਂ ਦਾ ਮਜ਼ਾਰ ਬਣਿਆ। ਇੱਕ ਜਗ੍ਹਾ ਬਾਬਾ ਬੁੱਲੇ ਸ਼ਾਹ ਦੀ ਉਸ ਸੱਚ ਪਿੰਡ ਵਿੱਚ ਬਣੀ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ। ਇੱਕ ਜਗ੍ਹਾ ਉਹਨਾਂ ਦੀ ਲਾਹੌਰ ਬਣੀ। ਇੱਕ ਜਗ੍ਹਾ ਉਹਨਾਂ ਦੀ ਕਸੂਰ ਚ ਬਣੀ ਜਿੱਥੇ ਉਹਨਾਂ ਦਾ ਇੰਤਕਾਲ ਹੋਇਆ। ਤੇ ਖੂਬਸੂਰਤ ਗੱਲ ਇਹ ਹੈ ਕਿ ਇੱਕ ਜਗ੍ਹਾ ਉਹਨਾਂ ਦੀ ਭਾਰਤੀ ਪੰਜਾਬ ਦੇ ਵਿੱਚ ਵੀ ਬਣੀ। ਉਹਦੇ ਬਣਾਉਣ ਦੀ ਇੱਕ ਵੱਖਰੀ ਕਹਾਣੀ। ਜਿਸ ਖੇਤ ਵਿੱਚ ਆ ਕੇ ਬਾਬਾ ਜੀ ਬੈਠੇ ਤੇ ਜਿਨ੍ਹਾਂ ਨੇ ਉਹ ਜਗ੍ਹਾ ਉਹਨਾਂ ਦੇ ਲਈ ਤਿਆਰ ਕੀਤੀ, ਬਣਾਈ, ਉਹਨਾਂ ਦੀ ਅੱਗੋਂ ਪੁੱਟ ਪੜੋਟਿਆਂ ਦੇ ਵਿੱਚ ਆ ਕੇ ਉਹਨਾਂ ਦੀ ਅੰਤ ਵਿੱਚੋਂ ਜਿਨ੍ਹਾਂ ਕੋਲ ਉਹ ਜ਼ਮੀਨ ਸੀ, ਜਦੋਂ ਉਹ ਪਾਕਿਸਤਾਨ ਬਣਿਆ ਤੇ ਉਹਨਾਂ ਨੂੰ ਉੱਥੋਂ ਉਹ ਜਗ੍ਹਾ ਛੱਡ ਕੇ ਉੱਠਣਾ ਪਿਆ। ਉਹ ਪਰਿਵਾਰ ਦੱਸਦੇ ਨੇ ਕਿ ਅਸੀਂ ਕੁਛ ਵੀ ਆਪਦੇ ਘਰ ਚੋਂ ਨਹੀਂ ਚੁੱਕਿਆ, ਸਾਡੇ ਵੱਡਿਆਂ ਨੇ। ਇਸ ਤਰ੍ਹਾਂ ਦਾ ਹੀ ਕੁਛ ਮਾਹੌਲ ਵਾਪਰਿਆ ਸੀ। ਭਾਰਤੀ ਪੰਜਾਬ ਵਿੱਚੋਂ ਉੱਠਣ ਵਾਲੇ ਮੁਸਲਮਾਨਾਂ ਨੇ ਕੁਛ ਵੀ ਨਾ ਚੁੱਕਿਆ। ਪਾਕਿਸਤਾਨ ਵਾਲੇ ਪੰਜਾਬ ਵਿੱਚੋਂ ਉੱਠਣ ਵਾਲੇ ਹਿੰਦੂਆਂ ਤੇ ਸਿੱਖਾਂ ਨੇ ਕੁਛ ਵੀ ਨਾ ਚੁੱਕਿਆ। ਉਵੇਂ ਦੇ ਉਵੇਂ ਲੱਗੇ ਲਗਾਏ ਘਰ ਛੱਡ ਕੇ, ਜਾਨਾਂ ਬਚਾ ਕੇ ਉਹ ਇੱਧਰ ਆ ਗਏ, ਇਹ ਉਧਰ ਚਲੇ ਗਏ। ਉਹ ਪਰਿਵਾਰ ਵਾਲੇ ਦੱਸਦੇ ਨੇ ਕਿ ਅਸੀਂ ਬਾਬਾ ਬੁੱਲੇ ਸ਼ਾਹ ਦੇ ਮਜ਼ਾਰ ਤੋਂ 5 ਇੱਟਾਂ ਪੱਟੀਆਂ ਔਰ 5 ਚਰਾਗ ਚੁੱਕੇ, ਆਪਦੇ ਗੱਡੇ ਤੇ ਰੱਖ ਕੇ ਉਹ ਲੈ ਕੇ ਆਏ। ਇੱਥੇ ਜ਼ਿਲ੍ਹਾ ਫਾਜ਼ਿਲਕਾ ਦੇ ਕਸਬਾ ਅਰਨੀ ਵਾਲਾ ਦੇ ਵਿੱਚ ਪਿੰਡ ਵਾਲਾ ਹਾਜ਼ਰ ਖਾਂ, ਉੱਥੇ ਬਾਬਾ ਬੁੱਲੇ ਸ਼ਾਹ ਦਾ ਉਹਨਾਂ ਨੇ ਮਜ਼ਾਰ ਦੁਬਾਰਾ ਤਿਆਰ ਕੀਤਾ। ਤੇ ਇੱਥੇ ਵੀ ਹਰ ਸਾਲ ਉਹ ਬਾਬਾ ਬੁੱਲੇ ਸ਼ਾਹ ਦੀ ਯਾਦ ਵਿੱਚ ਇੱਕ ਵੱਡਾ ਮੇਲਾ ਲੱਗਦਾ ਹੈ। ਭਾਰਤੀ ਪੰਜਾਬ ਦੇ ਉੱਚ ਕੋਟੀ ਦੇ ਗਾਇਕ ਉੱਥੇ ਵੀ ਬਾਬੇ ਬੁੱਲੇ ਸ਼ਾਹ ਦੇ ਗੀਤ ਗਾਉਂਦੇ ਨੇ ਤੇ ਉੱਥੇ ਵੀ ਬਾਬਾ ਬੁੱਲੇ ਸ਼ਾਹ ਨੂੰ ਯਾਦ ਕੀਤਾ ਜਾਂਦਾ ਹੈ। ਬਾਬੇ ਬੁੱਲੇ ਸ਼ਾਹ ਦੀ ਵੱਡੀ ਕਰਾਮਾਤ ਕੀ ਹੈ? ਇੱਕ ਦੇ ਰੱਬ ਦੀ ਪ੍ਰਾਪਤੀ। ਇਸ ਤੋਂ ਵੀ ਵੱਡੀ ਗੱਲ ਆਪਦੇ ਰੁੱਸੇ ਹੋਏ ਰੱਬ ਨੂੰ ਮਨਾਉਣਾ। ਮੈਂ ਸਮਝਦਾ ਹਾਂ ਕਿ ਅੱਜ ਸਾਡੇ ਕੋਲੋਂ ਵੀ ਕੋਈ ਗੁਸਤਾਖੀ ਹੋਈ ਹੈ। ਅੱਜ ਸਾਡਾ ਵੀ ਰੱਬ ਸਾਡੇ ਨਾਲ ਨਾਰਾਜ਼ ਹੋ ਗਿਆ ਹੈ। ਅੱਜ ਸਾਡਾ ਵੀ ਰੱਬ ਸਾਡੇ ਤੋਂ ਰੁੱਸ ਗਿਆ ਹੈ ਤੇ ਸਾਨੂੰ ਸਾਡੀਆਂ ਗਲਤੀਆਂ ਦਾ ਪਤਾ ਹੈ, ਅਹਿਸਾਸ ਹੈ। ਅਸੀਂ ਉਸ ਕੁਦਰਤ ਨਾਲ ਬਹੁਤ ਛੇੜਛਾੜ ਕੀਤੀ। ਅਸੀਂ ਉਸ ਰੱਬ ਦੇ ਨਿਯਮਾਂ ਨੂੰ ਤੋੜਿਆ ਹੈ। ਇਸ ਕਰਕੇ ਸਾਡਾ ਰੱਬ ਵੀ ਰੁੱਸਿਆ ਹੈ। ਆਓ ਬਿਨਾਂ ਸਮਾਂ ਗਵਾਏ ਆਪਾਂ ਵੀ ਆਪਦੇ ਰੱਬ ਨੂੰ ਕਿਸੇ ਵੀ ਤਰ੍ਹਾਂ ਖੁਸ਼ ਕਰੀਏ, ਰਾਜੀ ਕਰੀਏ, ਮਨਾਈਏ, ਤਾਂ ਕਿ ਸਾਡਾ ਰੱਬ ਵੀ ਰਾਜੀ ਹੋ ਜਾਏ। ਮੈਂ ਸਮੁੱਚੀ ਮਨੁੱਖਤਾ ਨੂੰ ਇਹ ਬੇਨਤੀ ਗੁਜ਼ਾਰਿਸ਼ ਕਰਾਂਗਾ ਕਿ ਜਿਸ ਮਜ਼ਹਬ ਵਿੱਚ ਰੱਬ ਨੇ ਤੁਹਾਨੂੰ ਜਨਮ ਦਿੱਤਾ ਹੈ, ਤੁਸੀਂ ਆਪਦੇ ਮਜ਼ਹਬ ਵਿੱਚ ਆਪਦੇ ਰੱਬ ਦੀ ਆਪਦੇ ਤਰੀਕੇ ਨਾਲ ਆਰਾਧਨਾ ਕਰੋ ਤੇ ਉਸ ਰੱਬ ਨੂੰ ਰੁੱਸੇ ਨੂੰ ਮਨਾਓ।
ਤੇ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਰੱਬ ਵੀ ਰਾਜੀ ਹੋਵੇਗਾ ਤੇ ਉਹ ਵੀ ਸਾਡੇ ਸਾਰੇ ਗੁਨਾਹ ਮਾਫ ਕਰਕੇ ਸਾਡੇ ਉੱਤੇ ਲਿਆਂਦੀ ਇਹ ਵੱਡੀ ਕਰੋਪੀ ਕਰੋਨਾ ਵਾਇਰਸ ਵਾਲੀ ਨੂੰ ਉਹ ਹਟਾਵੇਗਾ ਤੇ ਜਿਹੜੀ ਮਨੁੱਖਤਾ ਅੱਜ ਕੈਦ ਹੋਈ ਪਈ ਹੈ ਇਹ ਫਿਰ ਉਹਦੀ ਪਟੜੀ ਤੇ ਦੌੜੇਗੀ। ਇਹ ਗੁਲਦਸਤੇ ਵਰਗਾ ਸਾਡਾ ਸੰਸਾਰ ਫਿਰ ਮਹਿਕੇਗਾ, ਪਰ ਇਹਦੇ ਵਾਸਤੇ ਸਾਨੂੰ ਉਹਦੇ ਰੱਬ ਨੂੰ ਜਿੱਥੇ ਮਨਾਉਣਾ ਪਏਗਾ। ਸਾਨੂੰ ਸਾਰੇ ਜੇ ਬੁੱਲਾ ਕੰਜਰੀ ਬਣ ਕੇ ਨੱਚ ਕੇ ਉਹਦੇ ਰੱਬ ਨੂੰ ਮਨਾ ਸਕਦਾ ਹੈ ਤੇ ਸਾਡਾ ਕੀ ਘਟਦਾ ਹੈ। ਕਿਸੇ ਵੀ ਹੀਲੇ ਵਿੱਚ ਸਾਨੂੰ ਵੀ ਆਪਦੇ ਰੱਬ ਨੂੰ ਮਨਾਉਣਾ ਚਾਹੀਦਾ ਹੈ ਤੇ ਅੱਗੋਂ ਤੋਂ ਆਪਦੇ ਗੁਨਾਹਾਂ ਤੋਂ ਤੋਬਾ ਕਰ ਲੈਣੀ ਚਾਹੀਦੀ ਹੈ। ਮੇਰੀ ਉਸ ਪਰਵਰਦਿਗਾਰ ਅੱਗੇ ਅਰਦਾਸ ਬੇਨਤੀ ਜੋਦੜੀ ਹੈ ਕਿ ਅਬ ਕੀ ਬਾਰ ਬਖਸ਼ ਬੰਦੇ ਨੂੰ, ਯਾ ਰੱਬ ਇਸ ਵਾਰੀ ਇੱਕ ਵਾਰੀ ਮਨੁੱਖ ਨੂੰ ਬਖਸ਼ ਦੇ। ਇਹਨੂੰ ਅਹਿਸਾਸ ਹੋ ਗਿਆ ਤੇਰੀ ਹੋਂਦ ਦਾ, ਅੱਗੇ ਤੋਂ ਇਹ ਗਲਤੀ ਨਹੀਂ ਕਰੇਗਾ। ਇੱਕ ਵਾਰੀ ਤਾਂ ਮੌਕਾ ਦੇ ਤੇ ਸਾਨੂੰ ਵੀ ਸਾਰਿਆਂ ਨੂੰ ਆਪਦੇ ਰੱਬ ਨੂੰ ਮਨਾਉਣ ਦਾ ਯਤਨ ਕਰਨਾ ਚਾਹੀਦਾ ਹੈ ਤੇ ਮਨਾ ਲੈਣਾ ਚਾਹੀਦਾ ਹੈ। ਮੈਂ ਫਿਰ ਇੱਕ ਗੁਜ਼ਾਰਿਸ਼ ਆਪ ਜੀ ਨੂੰ ਕਰਾਂਗਾ ਕਿ ਇਹ ਉਸ ਮਹਾਨ ਫਕੀਰ ਦੀ ਜੀਵਨ ਗਾਥਾ ਵੱਧ ਤੋਂ ਵੱਧ ਅੱਗੇ ਆਪਦੇ ਸਾਥੀਆਂ ਤੱਕ ਪਹੁੰਚਾਓ। ਇਹ ਵੀ ਇੱਕ ਬਹੁਤ ਵੱਡਾ ਕਰਮ ਦਾ ਕੰਮ ਹੈ, ਇੱਕ ਸੇਵਾ ਹੈ। ਤੇ ਇਹ ਜਿਨ੍ਹਾਂ ਨੂੰ ਨਹੀਂ ਪਤਾ ਬਾਬਾ ਬੁੱਲੇ ਸ਼ਾਹ ਦੇ ਜੀਵਨ ਦਾ, ਅਸੀਂ ਉਹਨਾਂ ਨੂੰ ਵੀ ਦੱਸ ਸਕੀਏ ਉਸ ਮਹਾਨ ਸ਼ਖਸੀਅਤ ਬਾਰੇ। ਔਰ ਇਹ ਸੇਵਾ ਮੇਰੀ ਵੀ ਲੇਖੇ ਲੱਗੇ। ਆਪ ਖੁਸ਼ ਰਹੋ, ਆਬਾਦ ਰਹੋ। ਇੱਥੇ ਹੀ ਸਮਾਪਤੀ ਹੈ। ਹੁਣ ਫਿਰ ਕਿਸੇ ਦਿਨ ਕਿਸੇ ਹੋਰ ਮਹਾਨ ਸ਼ਖਸੀਅਤ ਦੇ ਜੀਵਨ ਤੇ ਆਪ ਜੀ ਨਾਲ ਸਾਂਝ ਪਾਵਾਂਗੇ। ਮੈਂ ਇੱਕ ਬੇਨਤੀ ਇੱਥੇ ਕਰਾਂ ਕਿ ਕਿਸੇ ਵੀ ਮਹਾਨ ਸ਼ਖਸੀਅਤ ਦੇ ਜੀਵਨ ਬਾਰੇ ਇੱਥੇ ਆਪ ਜੀ ਦੀ ਸੇਵਾ ਵਿੱਚ ਬੋਲਣ ਤੋਂ ਪਹਿਲਾਂ ਮੈਨੂੰ ਕੋਈ 8, 10, 12 ਕਿਤਾਬਾਂ ਪੜ੍ਹ ਕੇ ਉਹਦੇ ਜੀਵਨ ਦੇ ਵਿੱਚੋਂ ਕੋਈ ਬਹੁਤ ਜ਼ਰੂਰੀ ਨੁਕਤੇ ਕੱਢ ਕੇ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰਨੇ ਪੈਂਦੇ ਨੇ। ਮੇਰੀ ਕੀਤੀ ਹੋਈ ਇਸ ਮਿਹਨਤ ਨੂੰ ਆਪ ਪ੍ਰਵਾਨ ਕਰਿਆ ਕਰੋ ਤੇ ਵੱਧ ਤੋਂ ਵੱਧ ਆਪਦੇ ਸਾਥੀਆਂ ਤੱਕ ਪਹੁੰਚਾਇਆ ਕਰੋ। ਜੇ ਕੋਈ ਮੇਰੇ ਕੋਲੋਂ ਗਲਤੀ ਗੁਸਤਾਖੀ ਹੋ ਜਾਏ ਤੇ ਨਾਚੀਜ਼ ਸਮਝ ਕੇ ਮਾਫ ਕਰ ਦਿਆ ਕਰੋ। ਖੁਸ਼ ਰਹੋ, ਆਬਾਦ ਰਹੋ। ਇੱਥੇ ਹੀ ਸਮਾਪਤੀ ਹੈ।